ਸਨਮਾਨਯੋਗ ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ SMC ਗੁਰਮਤਿ ਕਲਾਸ USA ਵਿੱਚ ਆਪ ਸਾਰਿਆਂ ਦਾ ਸਵਾਗਤ ਹੈ। ਆਪ ਸਾਰਿਆਂ ਨੂੰ ਜੀ ਆਇਆਂ। ਸਤਿਗੁਰੂ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ, ਸਾਨੂੰ ਆਨਲਾਈਨ ਜੁੜਨ ਦਾ ਇਹ ਸਮਾਂ ਮਿਲਿਆ। ਉਹਨਾਂ ਹਾਲਤਾਂ ਵਿੱਚ ਜਦੋਂ ਹਰ ਕੋਈ ਤਰਾਸਦਾ ਸੀ, ਉਹਨਾਂ ਹਾਲਤਾਂ ਦੇ ਵਿੱਚ ਸਾਨੂੰ ਇਹ ਗੁਰੂ ਦੀਆਂ ਗੱਲਾਂ ਵਡਿਆਈਆਂ ਕਰਕੇ ਉਸ ਹਾਲਾਤ ਦਾ ਮੁਕਾਬਲਾ ਕਰਨ ਦੀ ਬੜੀ ਸ਼ਕਤੀ ਮਿਲੀ, ਜਿਸ ਹਾਲਤ ਵਿੱਚੋਂ ਅਸੀਂ ਨਿਕਲ ਆਏ। COVID-19 ਨੇ ਬਹੁਤ ਸਾਰਾ ਨੁਕਸਾਨ ਵੀ ਬਹੁਤ ਸਾਰੇ ਪਰਿਵਾਰਾਂ ਦਾ ਕੀਤਾ, ਲੇਕਿਨ ਮਾਲਕ ਦੀ ਬਖਸ਼ਿਸ਼ ਨਾਲ ਅਸੀਂ ਇਹ ਕਲਾਸ ਉਦੋਂ ਸ਼ੁਰੂ ਕੀਤੀ ਤੇ ਲਗਭਗ 2.25 ਸਾਲ ਹੋ ਗਏ ਲਗਾਤਾਰ ਆਪਾਂ ਰੋਜ਼ ਦਰਸ਼ਨ ਕਰਦੇ ਹਾਂ। ਇਹਨੂੰ ਸੰਗਤ ਰੂਪ ਵਿੱਚ ਬੈਠ ਕੇ ਅਸੀਂ ਗੁਰੂ ਦੀਆਂ ਵਡਿਆਈਆਂ ਚਰਚਾ ਵਡਿਆਈ ਕਰਦੇ ਹਾਂ। ਹਰ ਸੋਮਵਾਰ ਨੂੰ ਅਸੀਂ ਆਪ ਜੀ ਦੇ ਭੇਜੇ ਹੋਏ ਸਵਾਲਾਂ ਦੇ ਜਵਾਬ ਦਿੰਦੇ ਹਾਂ। ਇਹ ਸਵਾਲ ਗੁਰਬਾਣੀ ਨਾਲ, ਸਿੱਖ ਰਹਿਤ ਮਰਿਆਦਾ ਨਾਲ, ਸਿੱਖ ਫਿਲਾਸਫੀ ਨਾਲ, ਜਨਰਲ ਕੁਐਸਚਨ ਹੋਰ ਵੀ ਹੁੰਦੇ ਹਨ, ਉਚਾਰਨ ਦਾ ਪੱਖ ਵੀ ਹੁੰਦਾ ਹੈ, ਇਸ ਸੰਬੰਧਿਤ ਹੁੰਦੇ ਹਨ। ਪੈਨਲ ਮੈਂਬਰਸ ਵੱਲੋਂ ਕੋਸ਼ਿਸ਼ ਹੁੰਦੀ ਹੈ ਕਿ ਜਿੰਨਾ ਗੁਰੂ ਨੇ ਬਖਸ਼ਿਆ ਹੈ ਖਜ਼ਾਨਾ, ਉਸ ਖਜ਼ਾਨੇ ਦਾ ਇਸਤੇਮਾਲ ਕਰਕੇ ਆਪ ਜੀ ਦੇ ਨਾਲ ਉਹਨਾਂ ਦੇ ਜਵਾਬ ਢੁਕਵੇਂ ਸਾਂਝੇ ਕੀਤੇ ਜਾਣ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਭਾਈ ਗੁਰਦਾਸ ਜੀ ਦੀਆਂ ਰਚਨਾਵਾਂ, ਭਾਈ ਨੰਦ ਲਾਲ ਸਿੰਘ ਜੀ ਦੀਆਂ ਰਚਨਾਵਾਂ, ਸਿੱਖ ਰਹਿਤ ਮਰਿਆਦਾ ਤੇ ਹੋਰ ਵਿਦਵਾਨ ਭਾਈ ਪ੍ਰੋਫੈਸਰ ਸਾਹਿਬ ਸਿੰਘ ਜੀ, ਭਾਈ ਕਾਹਨ ਸਿੰਘ ਜੀ ਨਾਭਾ, ਇਹ ਸਾਰੀਆਂ ਰਚਨਾਵਾਂ ਦੇ ਤੋਂ ਅਸੀਂ ਸੇਧ ਲੈ ਕੇ ਆਪ ਜੀ ਦੇ ਨਾਲ ਜਵਾਬ ਸਾਂਝੇ ਕਰਦੇ ਹਾਂ। ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਸਵਾਲ ਭੇਜਦੇ ਰਹੋ, ਅਸੀਂ ਵੀ ਉਹਨਾਂ ਦੇ ਵਿਚਾਰਾਂ ਕਰਦੇ ਰਹੀਏ ਔਰ ਤੁਹਾਡੇ ਨਾਲ ਉਹਨਾਂ ਵਿਚਾਰਾਂ ਦੀ ਸਾਂਝ ਕਰਦੇ ਰਹੀਏ। ਫਿਰ ਬੇਨਤੀ ਕਰ ਰਿਹਾ, ਜ਼ਰੂਰੀ ਨਹੀਂ ਹੈ ਕਿ ਸਾਡੇ ਦਿੱਤੇ ਹੋਏ ਜਵਾਬ ਆਪ ਸਾਰਿਆਂ ਨੂੰ ਚੰਗੇ ਵੀ ਲੱਗਦੇ ਹੋਣ ਜਾਂ ਫਾਈਨਲ ਹੋਵੇ, ਕਿਉਂਕਿ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਹੈ। ਅਸੀਂ ਵੀ ਤੁਹਾਡੇ ਵਰਗੇ ਇਨਸਾਨ ਹਾਂ ਔਰ ਕੋਸ਼ਿਸ਼ ਕਰੀਦੀ ਹੈ ਕਿ ਗੁਰੂ ਦੀ ਗੱਲ ਨੂੰ ਸਮਝੀਏ ਤੇ ਆਪ ਜੀ ਨਾਲ ਸਾਂਝੇ ਕਰੀਏ। ਅਗਰ ਆਪ ਜੀ ਨੂੰ ਕੋਈ ਵੀ ਐਸਾ ਜਵਾਬ ਠੀਕ ਨਾ ਲੱਗਦਾ ਹੋਵੇ ਤਾਂ ਆਪ ਜੀ ਵੱਖਰੇ ਤੌਰ ਤੇ ਵੀ ਪੁੱਛ ਸਕਦੇ ਹੋ, ਚੈਟ ਮੈਂ ਵੀ ਕਰ ਸਕਦੇ ਹੋ, ਬਾਅਦ ਦੇ ਵਿੱਚ ਵੀ ਆਪ ਜੀ ਸਵਾਲ ਸਾਡੇ ਨਾਲ ਕਰ ਸਕਦੇ ਹੋ। ਅੱਜ ਦਾ ਇਹ ਸਵਾਲ ਜਵਾਬ ਦਾ ਸੈਸ਼ਨ ਅਸੀਂ ਸ਼ੁਰੂ ਕਰਦੇ ਹਾਂ। ਸਵਾਲ ਜਵਾਬ ਸੈਸ਼ਨ ਦੀ ਸੇਵਾ ਵੀ ਤੇਜਿੰਦਰ ਸਿੰਘ ਜੀ ਨਿਭਾਉਣਗੇ। ਵੀ ਰਾਜਾ ਸਿੰਘ ਜੀ ਸਾਡੇ ਕੋਲੋਂ 3-4 ਦਿਨ ਦੀ ਵਕੇਸ਼ਨ ਤੇ ਹਨ, ਉਹਨਾਂ ਦਾ ਕੋਈ ਜ਼ਰੂਰੀ ਉਹਨਾਂ ਨੂੰ ਕੰਮ ਹੈ, ਉਹ ਇਸ ਕਰਕੇ 3-4 ਦਿਨ ਦੀ ਛੁੱਟੀ ਤੇ ਹਨ। ਇਹ ਸੇਵਾ ਵੀ ਤੇਜਿੰਦਰ ਸਿੰਘ ਜੀ ਕਰ ਰਹੇ ਹਨ। ਮੈਂ ਬੇਨਤੀ ਕਰ ਰਿਹਾ ਵੀ ਤੇਜਿੰਦਰ ਸਿੰਘ ਜੀ ਨੂੰ ਸਵਾਲ ਜਵਾਬ ਦਾ ਸੈਸ਼ਨ ਸ਼ੁਰੂ ਕਰਨ। ਵੀਰ ਤੇਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਸਵਾਲ ਜਵਾਬ ਸੈਸ਼ਨ ਦੇ ਵਿੱਚ ਸਾਰੇ ਹੀ ਵੀਰਾਂ ਭੈਣਾਂ ਦਾ ਸਵਾਗਤ ਹੈ, ਜਿਨ੍ਹਾਂ ਨੇ ਆਪਣੇ ਸਵਾਲ ਭੇਜੇ ਹਨ ਔਰ ਜਿਹੜੇ ਅੱਜ ਇਸ ਗੁਰਮਤਿ ਕਲਾਸ ਵਿੱਚ ਹਾਜ਼ਰੀਆਂ ਭਰ ਰਹੇ ਹਨ। ਅੱਜ ਦੇ ਇਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਲੱਗਿਆਂ ਮੈਂ ਬੇਨਤੀ ਕਰਾਂਗਾ ਕਿ ਪੈਨਲ ਮੈਂਬਰ ਫਤਿਹ ਗੁਜ਼ਾਰ ਕਰਕੇ ਆਪਣੀ ਹਾਜ਼ਰੀ ਦਿਵਾਉਣ। ਸਰਦਾਰ MP ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਕਿੱਕਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਹਰਜੀਤ ਸਿੰਘ ਜੀ ਨੇ ਆਪ ਜੀ ਨੂੰ ਫਤਿਹ ਬੁਲਾ ਲਈ ਹੈ, ਦਾਸ ਨੇ ਫਤਿਹ ਬੁਲਾ ਲਈ ਹੈ। ਸਰਦਾਰ ਜਗੀਰ ਸਿੰਘ ਜੀ ਨੇ
ਹਾਜ਼ਰੀ ਭਰਨੀ ਹੈ ਉਹ ਵੀ ਥੋੜੀ ਦੇਰ ਬਾਅਦ ਇਸ ਨੂੰ ਜੁਆਇਨ ਕਰਨਗੇ। ਸਰਦਾਰ ਪ੍ਰਭ ਕੀਰਤਨ ਸਿੰਘ ਜੀ ਵੀ ਕਿਸੇ ਜਗ੍ਹਾ ਬਿਜ਼ੀ ਨੇ, ਮੀਟਿੰਗ ਤੋਂ ਬਾਅਦ ਸ਼ਾਇਦ ਉਹ ਜੁਆਇਨ ਕਰਨਗੇ। ਤੋ ਆਓ ਅੱਜ ਦੀ ਇਸ ਮੀਟਿੰਗ ਨੂੰ ਸ਼ੁਰੂਆਤ ਕਰਦਿਆਂ ਹੋਇਆਂ ਸਭ ਤੋਂ ਪਹਿਲਾ ਜਿਹੜਾ ਸਵਾਲ ਹੈ ਉਹ ਸਵਾਲਾਂ ਦੇ ਵਿੱਚੋਂ ਗੁਰਬਾਣੀ ਦੇ ਜਿਹੜੇ ਕੁਝ ਸ਼ਬਦ ਹਨ ਉਹਨਾਂ ਦੇ ਅਰਥ ਪੁੱਛੇ ਗਏ ਹਨ, ਔਰ ਉਸ ਤੋਂ ਬਾਅਦ ਕੁਝ ਬਾਣੀਆਂ ਜਿਹੜੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨਹੀਂ ਹਨ ਉਹਨਾਂ ਬਾਰੇ ਲਿਖਿਆ ਗਿਆ ਕਿ ਅਸੀਂ ਉਹਨਾਂ ਨੂੰ ਪੁੱਛਿਆ ਗਿਆ ਕਿ ਅਸੀਂ ਉਹਨਾਂ ਨੂੰ ਆਪਣੇ ਕਥਾ ਲੈਕਚਰ ਵਿੱਚ ਸ਼ਾਮਲ ਕਰ ਸਕਦੇ ਹਾਂ ਕਿ ਨਹੀਂ। ਦੂਸਰਾ ਰਹਿਤ ਮਰਿਆਦਾ ਨਾਲ ਸੰਬੰਧਿਤ ਬੜਾ ਇੰਪੋਰਟੈਂਟ ਸਵਾਲ ਹੈ ਕਿ ਅੰਮ੍ਰਿਤ ਵੇਲਾ ਕੀ ਹੈ ਤੇ ਉਹ ਕਿਤਨੇ ਵਜੇ ਸ਼ੁਰੂ ਹੁੰਦਾ ਹੈ ਤੇ ਅੰਮ੍ਰਿਤ ਵੇਲੇ ਅਸੀਂ ਕਰਨਾ ਕੀ। ਤੋ ਇਹ ਬੜੇ ਇੰਪੋਰਟੈਂਟ ਸਵਾਲ ਹਨ ਅੱਜ ਦੇ। ਔਰ ਇਸ ਦੇ ਨਾਲ ਹੀ ਜੋ ਪੰਚਮ ਪਾਤਸ਼ਾਹ ਜੀ ਨੇ ਜੋ ਸੰਪਾਦਨ ਕਰਦਿਆਂ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦਾ, ਉਹਦੇ ਵਿੱਚ ਜਿਹੜੇ ਸਿਰਲੇਖ ਦਿੱਤੇ ਹਨ ਰਾਗਾਂ ਦੇ ਨਾਲ, ਉਹ ਜੋ ਸੰਕੇਤ ਦਿੱਤੇ ਹਨ ਉਹਨਾਂ ਬਾਰੇ ਵੀ ਅੱਜ ਦਾ ਇੱਕ ਸਵਾਲ ਹੈ। ਤੋ ਉਸ ਤੋਂ ਬਾਅਦ ਇੱਕ ਸ਼ਬਦ ਹੈ ਜਿਸ ਦੇ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਕ 60 ਦੇ ਉੱਪਰ ਹੈ, ਕਰਮ ਮਿਲਿਆ ਸੋ ਪਾਈ ਹੈ, ਕਿਰਤ ਪਿਆ ਸਿਰ ਦੇ। ਤੋ ਇਹ ਅੱਜ ਦੇ ਜਿਹੜੇ ਹਨ ਇੰਪੋਰਟੈਂਟ ਸਵਾਲ ਹਨ। ਤੋ ਇਹਨਾਂ ਦੇ ਬਾਰੇ ਅਸੀਂ ਅੱਜ ਜਿਹੜੀ ਹੈ ਉਹ ਵਿਚਾਰ ਜਿਹੜੀ ਕਰਨੀ ਹੈ। ਤੋ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਕਿ ਵੀਰ ਕਿੱਕਰ ਸਿੰਘ ਜੀ ਨੂੰ ਕਿ ਜੋ ਸ਼ਬਦ ਹੈ ਜਿਹਦੇ ਅੰਦਰ ਗੁਰਬਾਣੀ ਦੀਆਂ ਪੰਕਤੀਆਂ ਹਨ, ਜਿਨੀ ਦਰਸ਼ਨ ਸਤਿਗੁਰ ਪੁਰਖ ਨਾ ਪਾਇਆ ਰਾਮ, ਤੇ ਨੇਫਲ ਜਨਮ ਸਭ ਬ੍ਰਿਥਾ ਗਵਾਇਆ ਰਾਮ, ਨੇਫਲ ਜਨਮ ਤਿਨ ਬ੍ਰਿਥਾ ਗਵਾਇਆ, ਤੇ ਸਾਕਤ ਮੂਏ ਮਰ ਝੂਰੇ, ਘਰ ਹੁੰਦੇ ਰਤਨ ਪਦਾਰਥ ਭੂਖੇ, ਭਾਗਹੀਨ ਹਰ ਦੂਰੇ, ਹਰ ਹਰ ਤਿਨ ਕਾ ਦਰਸ ਨਾ ਕਰਿਓ, ਜਿਨੀ ਹਰ ਹਰ ਨਾਮ ਨਾ ਧਿਆਇਆ, ਜਿਨੀ ਦਰਸ਼ਨ ਸਤਿਗੁਰ ਪੁਰਖ ਨਾ ਪਾਇਆ। ਸੋ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਡਾਂਸ ਮਹਲਾ ਚੌਥਾ ਛੰਤ ਇਹ 574 ਅੰਕ ਦੇ ਉੱਪਰ ਇਹ ਸ਼ਬਦ ਜਿਹੜਾ ਹੈ ਸੁਭਾਈਮਾਨ ਹੈ। ਔਰ ਮੈਂ ਬੇਨਤੀ ਕਰਾਂਗਾ ਵੀਰ ਕਿੱਕਰ ਸਿੰਘ ਜੀ ਨੂੰ ਕਿ ਇਹਦੇ ਸਾਨੂੰ ਸਮਝਾਉਣ ਕਿ ਇਹਦੇ ਜੋ ਦਰਸ਼ਨ ਆਇਆ ਹੈ ਉਸ ਦਾ ਕੀ ਭਾਵ ਹੈ, ਔਰ ਬਾਕੀ ਸ਼ਬਦ ਦੇ ਨਾਲ ਵੀ ਜੋੜ ਕਰਕੇ ਸਾਨੂੰ ਸਮਝਾਉਣ ਦੀ ਕਿਰਪਾ ਕਰਨ ਵੀਰ ਕਿੱਕਰ ਸਿੰਘ ਜੀ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਵੀਰ ਜੀ, ਜਿਹੜਾ ਅੱਜ ਦਾ ਵਿਸ਼ਾ ਅਧੀਨ ਪੰਕਤੀ ਹੈ, ਵੈਸੇ ਉਹਨਾਂ ਨੇ ਕੇਵਲ ਇੱਕ ਪੰਕਤੀ ਦਾ ਹੀ ਅਰਥ ਪੁੱਛਿਆ ਹੈ ਕਿ ਜੋ ਇਹਦੇ ਵਿੱਚ ਦਰਸ਼ਨ ਸ਼ਬਦ ਆਇਆ ਹੈ ਇਹ ਕੇਵਲ ਇਹਨਾਂ ਅੱਖਾਂ ਨਾਲ ਹੋਣ ਵਾਲੇ ਦਰਸ਼ਨ ਨਾਲ ਸੰਬੰਧਿਤ ਹੈ ਜਾਂ ਦਰਸ਼ਨ ਫਿਲਾਸਫੀ ਸਿਧਾਂਤ ਨਾਲ ਕੋਈ ਸੰਬੰਧ ਹੈ। ਤੇ ਜਿਹੜੇ ਵੀਰ ਨੇ ਇਹ ਸਵਾਲ ਪੁੱਛਿਆ ਉਹਨਾਂ ਨੇ ਕੇਵਲ ਇੰਨਾ ਹੀ ਪੁੱਛਿਆ ਹੈ। ਜਿਸ ਤਰ੍ਹਾਂ ਕਿ ਆਪ ਜੀ ਨੇ ਜ਼ਿਕਰ ਕਰ ਹੀ ਦਿੱਤਾ ਹੈ ਬਈ ਇਹ ਜਿਹੜਾ ਸ਼ਬਦ ਹੈ ਜਿਨੀ ਦਰਸ਼ਨ ਸਤਿਗੁਰ ਪੁਰਖ ਨਾ ਪਾਇਆ ਰਾਮ, ਇਹ ਗੁਰੂ ਗ੍ਰੰਥ ਸਾਹਿਬ ਜੀ ਦੇ 574 ਅੰਗ ਉੱਪਰ ਵਡਾਂਸ ਮਹਲਾ ਚੌਥਾ ਛੰਤ ਦੇ ਸਿਰਲੇਖ ਅਧੀਨ ਦਰਜ ਹੈ। ਇਸ ਤੋਂ ਪਹਿਲਾਂ ਕਿ ਅਸੀਂ ਇਸ ਪੰਕਤੀ ਦੀ ਜਾਂ ਇਸ ਸ਼ਬਦ ਦੀ ਵਿਚਾਰ ਕਰੀਏ, ਆਪਾਂ ਇੱਕ ਦੋ ਹੋਰ ਸ਼ਬਦਾਂ ਦੀ ਵੀ ਵਿਚਾਰ ਕਰ ਲਈਏ ਤਾਂ ਕਿ ਇਸ ਸ਼ਬਦ ਦੀ ਜੋ ਵਿਚਾਰਧਾਰਾ ਹੈ, ਜੋ ਇਹਦਾ ਅਰਥ ਭਾਵ ਹੈ, ਉਹਨੂੰ ਸਮਝਣ ਵਿੱਚ ਆਸਾਨੀ ਰਹੇ। ਇਸ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 360 ਉੱਪਰ ਰਾਗ ਆਸਾ ਘਰ ਦੂਜਾ ਮਹਲਾ ਤੀਜਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਹਰ ਦਰਸ਼ਨ ਪਾਵੈ ਵਡ ਭਾਗ। ਸੋ ਇਹ ਪੰਕਤੀ ਹੈ, ਇਹਦੇ ਵਿੱਚ ਵੀ ਦਰਸ਼ਨ ਜਿਹੜਾ ਸ਼ਬਦ ਆਇਆ ਹੈ। ਤੇ ਮੈਂ ਇਹਨੂੰ ਥੋੜਾ ਜਿਹਾ ਦੋ ਕੁ ਪੰਕਤੀਆਂ ਦੀਆਂ ਪਹਿਲਾਂ ਪੜ੍ਹ ਦਿਆਂ। ਹਰ ਦਰਸ਼ਨ ਪਾਵੈ ਵਡ ਭਾਗ, ਗੁਰ ਕੈ ਸ਼ਬਦ ਸਚੈ ਬੈਰਾਗ, ਖੜ ਦਰਸ਼ਨ ਵਰਤੈ ਵਰਤਾਰਾ, ਗੁਰ ਕਾ ਦਰਸ਼ਨ ਅਗੰਮ ਅਪਾਰਾ। ਤੇ ਜੋ ਇਹਦਾ ਸ਼ਬਦਾਰਥ ਪੋਥੀ ਵਿੱਚ ਅਰਥ ਕੀਤਾ ਉਹ ਵੀ ਬੜਾ ਬਾ ਕਮਾਲ ਹੈ ਕਿ ਧਰਮ ਜਿਹੜਾ ਗੁਰੂ ਦਾ ਦਰਸ਼ਨ ਹੈ ਉਹ ਵੱਡੇ ਭਾਗ ਨਾਲ ਪ੍ਰਾਪਤ ਹੁੰਦਾ। ਇੱਥੇ ਆਪਾਂ ਇਹ ਨਹੀਂ ਕਲੀਅਰ ਕਰਦੇ ਕਿ ਇਹ ਕਿਹੜਾ ਦਰਸ਼ਨ ਹੈ,
ਉਹ ਅੱਗੇ ਚੱਲ ਕੇ ਸਪਸ਼ਟ ਹੋਵੇਗਾ। ਪਰਮਾਤਮਾ ਦਾ ਦਰਸ਼ਨ ਪਾਵੇ ਪ੍ਰਾਪਤ ਕਰਦਾ ਹੈ, ਵਡਭਾਗ ਵੱਡੇ ਭਾਗ ਦੁਆਰਾ। ਗੁਰ ਕੈ ਸ਼ਬਦ ਸੱਚੈ ਬੈਰਾਗ। ਗੁਰੂ ਦੇ ਸ਼ਬਦ ਦੁਆਰਾ, ਗੁਰ ਕੇ ਸ਼ਬਦ, ਸ਼ਬਦ ਦੇ ਦੱਦੇ ਨੂੰ ਝਿਆਰੀ ਹੈ, ਗੁਰ ਕੇ ਸ਼ਬਦ ਦੁਆਰਾ ਸੱਚੈ ਬੈਰਾਗ। ਉਸ ਮਾਲਕ ਦੇ ਬੈਰਾਗ ਵਿੱਚ ਜਾਂ ਸੱਚ ਦੇ ਬੈਰਾਗ ਵਿੱਚ ਗੁਰੂ ਦੇ ਸ਼ਬਦ ਦੁਆਰਾ ਇਹ ਜਿਹੜਾ ਦਰਸ਼ਨ ਹੈ ਇਹ ਪ੍ਰਾਪਤ ਹੁੰਦਾ। ਲੇਕਿਨ ਆਮ ਵਰਤਾਰਾ ਕੀ ਹੈ, ਗੁਰੂ ਸਾਹਿਬ ਨੇ ਉਹ ਵੀ ਨਾਲ ਹੀ ਸਪਸ਼ਟ ਕੀਤਾ ਹੈ। ਹਰ ਦਰਸ਼ਨ ਵਰਤੈ ਵਰਤਾਰਾ। ਲੇਕਿਨ ਦੇਖਣ ਵਿੱਚ ਆਉਂਦਾ, ਗੁਰੂ ਸਾਹਿਬ ਕਹਿੰਦੇ ਕਿ ਜੋ ਖੜ ਦਰਸ਼ਨ, ਛੇ ਦਰਸ਼ਨ ਦਾ ਉਸ ਸਮੇਂ ਸਿਧਾਂਤ ਸੀ ਉਹ ਸੰਸਾਰ ਦੇ ਵਿੱਚ ਵਰਤ ਰਿਹਾ ਹੈ। ਲੇਕਿਨ ਗੁਰੂ ਸਾਹਿਬ ਆਪਣਾ ਮਤ ਵੀ ਨਾਲ ਨਾਲ ਦਿੰਦੇ ਹੈ। ਗੁਰ ਕਾ ਦਰਸ਼ਨ ਅਗੰਮ ਅਪਾਰਾ। ਇਹਦਾ ਜੋ ਸ਼ਬਦਾਰਥ ਪੋਥੀ ਦੇ ਵਿੱਚ ਅਰਥ ਕੀਤਾ ਹੈ, ਧਰਮ ਮਤ ਸਿੱਖਿਆ ਪ੍ਰਣਾਲੀ ਜਾਂ ਸਿਸਟਮ ਦੇਸ਼ ਵਿੱਚ ਹਿੰਦੂਆਂ ਦੇ ਛੇ ਸ਼ਾਸਤਰਾਂ ਦਾ ਤਰੀਕਾ ਹੀ ਪ੍ਰਚਲਿਤ ਹੈ, ਪਰ ਇਹ ਜਿਹੜੇ ਛੇ ਸ਼ਾਸਤਰ ਹੈ ਇਹ ਗੁਰੂ ਮਤ ਦੀ ਫਿਲਾਸਫੀ ਨੂੰ ਨਹੀਂ ਪਹੁੰਚ ਸਕਦੇ, ਇਹ ਉਹਨਾਂ ਦੀ ਪਹੁੰਚ ਤੋਂ ਬਾਹਰ ਹੈ। ਸੋ ਇਹ ਤੋਂ ਸਪਸ਼ਟ ਹੋ ਗਿਆ ਕਿ ਗੁਰੂ ਦਾ ਸ਼ਬਦ, ਗੁਰੂ ਦਾ ਦਰਸ਼ਨ ਹੀ ਉਹ ਫਿਲਾਸਫੀ ਹੈ। ਇਸ ਕਰਕੇ ਆਪਾਂ ਇੱਕ ਦੋ ਹੋਰ ਉਦਾਹਰਨਾਂ ਲੈ ਲੈਂਦੇ ਹਾਂ ਤਾਂ ਕਿ ਇਹ ਸਪਸ਼ਟ ਹੋ ਜੇ ਵੀ ਇਹ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਇਹ ਸਿਧਾਂਤ ਦੀ ਗੱਲ ਹੈ ਜਾਂ ਕਿਤੇ ਇਹਨਾਂ ਅੱਖਾਂ ਨਾਲ ਵੀ ਕਿਤੇ ਦਰਸ਼ਨ ਦੀ ਗੱਲ ਗੁਰੂ ਸਾਹਿਬ ਕਰਦੇ ਨੇ। ਇਸੇ ਤਰ੍ਹਾਂ ਹੀ ਅੱਗੇ ਚੱਲ ਕੇ ਆਉਂਦਾ ਹੈ ਜੀ, ਗੁਰਫਰਮਾਨ ਹੈ, ਨਾਨਕ ਸੇ ਅਖੜੀਆਂ ਬਿਆਨ ਜਿਨੀ ਦਸੰਦੋ ਮਾਪਰੀ। ਇਹ ਪੰਕਤੀ ਵੀ ਦੋ ਵਾਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਵਡਹੰਸ ਮਹੱਲਾ ਪੰਜਵਾਂ 570 ਔਰ ਮਾਰੂ ਮਹੱਲਾ ਪੰਜਵਾਂ ਅੰਗ 1100 ਤੇ ਇਹ ਪੰਕਤੀ ਦੋ ਵਾਰੀ ਆਈ ਹੈ। ਲੋਇਨ ਲੋਈ ਡਿੱਠ ਪਿਆਸ ਨਾ ਬੁੱਝੈ ਮੂੰਹ ਘਣੀ, ਨਾਨਕ ਸੇ ਅਖੜੀਆਂ ਬਿਆਨ ਜਿਨੀ ਦਸੰਦੋ ਮਾਪਰੀ। ਇੱਥੇ ਵੀ ਬੜਾ ਸਪਸ਼ਟ ਹੀ ਹੈ ਕਿ ਹੇ ਨਾਨਕ, ਉਹ ਅਖੜੀਆਂ ਭਾਵ ਉਹ ਅੱਖਾਂ ਹੋਰ ਹਨ ਜਿਹੜੀਆਂ ਮੇਰੇ ਮਾਲਕ ਦਾ ਦਰਸ਼ਨ ਕਰਦੀਆਂ ਹਨ ਜਾਂ ਜਿਨ੍ਹਾਂ ਨੇ ਮੇਰੇ ਮਾਲਕ ਦਾ ਦਰਸ਼ਨ, ਪੀਰੀ ਮੈਨੇ ਪਿਆਰੇ ਦਾ ਦਰਸ਼ਨ ਕੀਤਾ ਹੈ। ਸੋ ਇੱਥੇ ਵੀ ਇਹਨਾਂ ਅੱਖਾਂ ਦੀ ਗੱਲ ਨਹੀਂ ਹੈਗੀ ਵੀ ਇਹਨਾਂ ਅੱਖਾਂ ਨਾਲ ਕਿਸੇ ਸਰੀਰ ਦੇ ਦਰਸ਼ਨ ਕਰਕੇ ਕੋਈ ਗਿਆਨ ਹੋ ਗਿਆ ਜਾਂ ਗਿਆਨ ਹੋ ਜਾਂਦਾ ਹੈ। ਤੇ ਗੁਰੂ ਸਾਹਿਬ ਸਪਸ਼ਟੀ ਕਰਦੇ ਆ ਵੀ ਭਾਵ ਕੀ ਹੈ, ਉਹ ਗਿਆਨ ਦੀਆਂ ਅੱਖਾਂ ਹਨ, ਭਾਵ ਉਹ ਗਿਆਨ ਰੂਪੀ ਅੱਖਾਂ ਹਨ ਜਿਨ੍ਹਾਂ ਨਾਲ ਉਹ ਪ੍ਰਭੂ ਨਜ਼ਰ ਆਉਂਦਾ ਹੈ। ਇਸ ਕਰਕੇ ਹੀ ਗਿਆਨ ਨੂੰ ਵਿਦਵਾਨਾਂ ਨੇ ਮਨੁੱਖ ਦਾ ਤੀਜਾ ਨੇਤਰ ਵੀ ਕਿਹਾ ਹੈ। ਇਸ ਤੋਂ ਇਲਾਵਾ ਸ਼ਲੋਕ ਮਹਲਾ ਤੀਜਾ ਹੈ ਜੀ, ਗੁਰਬਾਣੀ ਦਾ ਪੰਕਤੀ ਹੈ, ਸਤਿਗੁਰਨੋ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿਠੈ ਮੁਕਤ ਨਾ ਹੋਵੀ ਜਿਚਰ ਸ਼ਬਦ ਨਾ ਕਰੇ ਵਿਚਾਰ। ਸਤਿਗੁਰ ਨੂੰ ਸਾਰੀ ਦੁਨੀਆ ਹੀ ਦੇਖਦੀ ਹੈ, ਜੇਤਾ ਜਿਤਨਾ ਸਾਰਾ ਸੰਸਾਰ, ਲੇਕਿਨ ਡਿਠੈ ਮੁਕਤ ਨਾ ਹੋਈ, ਕੇਵਲ ਇਹਨਾਂ ਅੱਖਾਂ ਦੇ ਦੇਖਣ ਨਾਲ ਮੁਕਤ ਨਹੀਂ ਹੁੰਦੀ। ਜਿਚਰ ਜਦੋਂ ਤੱਕ ਸ਼ਬਦ ਨਾ ਕਰੇ ਵਿਚਾਰ, ਭਾਵ ਸ਼ਬਦ ਦੀ ਵਿਚਾਰ ਜ਼ਰੂਰੀ ਹੈ, ਸ਼ਬਦ ਦਾ ਭਾਵ ਅਰਥ ਸਮਝਣਾ ਜ਼ਰੂਰੀ ਹੈ, ਉਹਨੂੰ ਆਪਣੇ ਮਨ ਦੇ ਵਿੱਚ ਵਸਾਉਣਾ ਜ਼ਰੂਰੀ ਹੈ ਕਿ ਅਰਥ ਦਾ ਸਾਡੇ ਲਈ ਕੀ ਉਪਦੇਸ਼ ਹੈ। ਜੇਕਰ ਇਹਨਾਂ ਅੱਖਾਂ ਦੀ ਗੱਲ ਹੀ ਹੁੰਦੀ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੋ ਪੁੱਤਰ ਸੀ, ਉਹ ਰੋਜ਼ਾਨਾ ਹੀ ਇਹਨਾਂ ਅੱਖਾਂ ਨਾਲ ਦਰਸ਼ਨ ਕਰਦੇ ਸੀ, ਬਾਬਾ ਸ਼੍ਰੀ ਚੰਦ ਅਤੇ ਲਖਮੀ ਚੰਦ ਜੀ ਗੁਰੂ ਸਾਹਿਬ ਦੇ। ਲੇਕਿਨ ਉਹ ਸਿਧਾਂਤ ਨੂੰ ਨਹੀਂ ਪਕੜ ਸਕੇ। ਇਸੇ ਤਰ੍ਹਾਂ ਹੀ ਦੂਜੇ ਗੁਰੂ, ਗੁਰੂ ਅੰਗਦ ਦੇਵ ਜੀ ਦੇ ਵੀ ਦੋ ਪੁੱਤਰ ਸੀ, ਦਾਤੂ ਅਤੇ ਦਾਤੂ ਜੀ, ਉਹ ਵੀ ਗੁਰੂ ਅੰਗਦ ਦੇਵ ਜੀ ਦੇ ਸਿਧਾਂਤ ਨੂੰ, ਫਿਲਾਸਫੀ ਨੂੰ, ਦਰਸ਼ਨ ਨੂੰ ਨਹੀਂ ਸਮਝ ਸਕੇ। ਇਸੇ ਤਰ੍ਹਾਂ ਤੀਜੇ ਗੁਰੂ ਦੇ ਵੀ ਦੋ ਪੁੱਤਰ ਸੀ, ਬਾਬਾ ਮੋਹਨ ਜੀ ਅਤੇ ਮੋਹਰੀ ਜੀ। ਇਸੇ ਤਰ੍ਹਾਂ ਹੀ ਬਾਬਾ ਪ੍ਰਿਥੀ ਚੰਦ ਵੀ ਗੁਰੂ ਜੀ ਦੇ ਪੁੱਤਰ ਸਨ। ਲੇਕਿਨ ਉਹ ਰੋਜ਼ਾਨਾ ਦਰਸ਼ਨ ਤਾਂ ਇਹਨਾਂ ਅੱਖਾਂ ਨਾਲ ਕਰਦੇ ਸਨ, ਪਰ ਜੋ ਗੁਰੂ ਘਰ ਦਾ ਸਿਧਾਂਤ ਹੈ, ਫਿਲਾਸਫੀ ਹੈ, ਉਹ ਉਹਨਾਂ ਨੂੰ ਨਹੀਂ ਸਮਝ ਸਕੇ। ਇਸ ਕਰਕੇ ਹੀ ਉਹ ਜਿਹੜੇ ਜੋ ਗੁਰਮਰਿਆਦਾ ਪ੍ਰਣਾਲੀ ਹੈ ਉਹ ਉਹਦੇ ਵਾਰਸ ਨਹੀਂ ਬਣ ਸਕੇ। ਤੇ ਜਿਨ੍ਹਾਂ ਨੇ ਇਸ ਸ਼ਬਦ ਨੂੰ ਸਮਝਿਆ, ਇਹ ਦਰਸ਼ਨ ਫਿਲਾਸਫੀ ਨੂੰ ਸਮਝਿਆ, ਉਹ ਜਿਹੜੇ ਉਹ ਗੁਰਗੱਦੀ ਦੇ ਵਾਰਸ ਬਣਦੇ ਰਹੇ। ਇਸ ਤਰ੍ਹਾਂ ਹੀ ਅੱਗੇ
ਵਡਹੰਸ ਮਹਲਾ ਚੌਥਾ ਦੇ ਸਿਰਲੇਖ ਅਧੀਨ ਇਹ ਪੰਕਤੀ ਆਈ ਆ। ਤੇ ਵੈਸੇ ਤਾਂ ਸਪਸ਼ਟ ਹੋ ਹੀ ਗਿਆ, ਤੇ ਪਰ ਫਿਰ ਵੀ ਆਪਾਂ ਗੁਰ ਗਿਆਨ ਅੰਜਨ ਸਤਿਗੁਰੂ ਪਾਇਆ, ਅਗਿਆਨ ਅੰਧੇਰ ਬਿਨਾਸੇ। ਭਾਵ ਗੁਰੂ ਦਾ ਗਿਆਨ ਅੰਜਨ, ਗੁਰੂ ਦਾ ਗਿਆਨ ਰੂਪੀ ਸੁਰਮਾ ਸਤਿਗੁਰੂ ਪਾਇਆ। ਜਦੋਂ ਸੱਚੇ ਗੁਰੂ ਨੇ ਮੇਰੀਆਂ ਅੱਖਾਂ ਵਿੱਚ ਗਿਆਨ ਰੂਪੀ ਸੁਰਮਾ ਪਾਇਆ ਤਾਂ ਫਿਰ ਕੀ ਵਾਪਰਿਆ ਜੀ? ਅਗਿਆਨ ਅੰਧੇਰ ਬਿਨਾਸੇ, ਅਗਿਆਨਤਾ ਦੇ ਹਨੇਰੇ ਨਾਸ ਹੋ ਗਏ। ਕੋਈ 1 2 4 ਨਹੀਂ, ਪਤਾ ਹੀ ਨਹੀਂ ਕਿੰਨੇ ਕੁ ਅਗਿਆਨ ਅੰਧੇਰ ਬਿਨਾਸੇ ਖਤਮ ਹੋ ਗਏ, ਨਾਸ ਹੋ ਗਏ। ਸੋ ਇਹ ਸਾਰੇ ਸ਼ਬਦਾਂ ਤੋਂ ਸਾਨੂੰ ਸਹਿਜੇ ਹੀ ਪਤਾ ਲੱਗ ਜਾਂਦਾ ਹੈ ਕਿ ਗੁਰੂ ਸਾਹਿਬ ਜਿਹੜਾ ਦਰਸ਼ਨ ਸ਼ਬਦ ਹੈ ਉਹ ਤੋਂ ਕੀ ਭਾਵ ਲੈਂਦੇ ਹਨ। ਅੱਗੇ ਹੈ ਜੀ, ਇਹਨਾਂ ਅੱਖਾਂ ਨਾਲ ਦੇਖਣ ਨੂੰ ਵੀ ਅਸੀਂ ਦਰਸ਼ਨ ਕਰਨੇ ਜਾਂ ਕੀਤੇ ਕਹਿ ਦਿੰਦੇ ਹਾਂ, ਇਹ ਇੱਕ ਪ੍ਰਚਲਿਤ ਹੈ। ਭਾਵੇਂ ਇਹਨਾਂ ਅੱਖਾਂ ਨਾਲ ਦੇਖਣ ਨੂੰ ਵੀ ਅਸੀਂ ਦਰਸ਼ਨ ਹੀ ਕਹਿ ਦਿੰਦੇ ਹਾਂ, ਪਰ ਗੁਰਮਤਿ ਅਨੁਸਾਰ ਦਰਸ਼ਨ ਤੋਂ ਭਾਵੇਂ ਗੁਰੂ ਦੀ ਫਿਲਾਸਫੀ ਸਿਧਾਂਤ ਅਥਵਾ ਗੁਰੂ ਦਾ ਗਿਆਨ ਪ੍ਰਾਪਤ ਕਰਨਾ ਹੀ ਗੁਰੂ ਦੇ ਦਰਸ਼ਨ ਕਰਨੇ ਹਨ। ਸੋ ਇਤਨੀ ਬੇਨਤੀ ਪ੍ਰਵਾਨ ਕਰਨੀ। ਜੋ ਵੀਰ ਜੀ ਨੇ ਇੱਕ ਪੰਕਤੀ ਪੁੱਛਿਆ ਸੀ, ਜਿਨੀ ਦਰਸ਼ਨ ਸਤਿਗੁਰ ਪੁਰਖ, ਇੱਥੇ ਵਿਸ਼ਰਾਮ ਦੇਣਾ ਵੀ ਜ਼ਰੂਰੀ ਹੈ। ਜੇਕਰ ਅਸੀਂ ਵਿਸ਼ਰਾਮ ਨਹੀਂ ਦੇਵਾਂਗੇ ਪੁਰਖ ਤੇ ਤਾਂ ਫਿਰ ਇਹਦਾ ਅਰਥ ਵੀ ਬੜਾ ਮਤਲਬ ਹਾਸੋਹੀਣਾ ਜਿਹਾ ਹੋ ਜਾਊਗਾ ਵੀ ਸਤਿਗੁਰੂ ਪੁਰਖ ਨੇ ਦਰਸ਼ਨ ਨਹੀਂ ਪਾਇਆ। ਪੁਰਖ ਦਾ ਖੱਖਾ ਮੁਕਤ ਹੈ, ਸਤਿਗੁਰ ਦਾ ਵੀ ਰਾਰਾ ਮੁਕਤ ਹੈ। ਸਤਿਗੁਰ ਪੁਰਖ ਦਾ ਦਰਸ਼ਨ, ਦਰਸ਼ਨ ਦੇ ਨੰਨੇ ਨੂੰ ਔਕੜ ਹੈ। ਸਤਿਗੁਰ ਪੁਰਖ ਦਾ ਦਰਸ਼ਨ ਜਿਨੀ ਨਾ ਪਾਇਆ, ਤੇ ਇਸ ਕਰਕੇ ਇਹ ਬਕਾਇਦਾ ਹਦਾਇਤ ਕੀਤੀ ਗਈ ਹੈ, ਕਿਉਂਕਿ ਸੰਤਾਂ ਦੀ ਕਈ ਕਿਸਮ ਹਨ ਤੇ ਉਹਦਾ ਅਰਥ ਇੱਕੋ ਵਾਰੀ ਕਰਨਾ, ਭਾਵੇਂ ਇਹਨੂੰ 2 ਵਾਰੀ ਰਿਪੀਟ ਕੀਤਾ, ਜਿਨੀ ਦਰਸ਼ਨ, ਪਰ ਹਦਾਇਤ ਕੀਤੀ ਗਈ ਹੈ ਵੀ ਅਰਥ ਦਾ ਇੱਕੋ ਵਾਰੀ ਕਰਨਾ ਹੈ। ਸੋ ਮੈਂ ਕਹਿੰਦਾ ਵੀ ਜਿਹੜੇ ਵੀਰ ਦਾ ਇਹ ਆਪਣਾ ਸਵਾਲ ਸੀਗਾ, ਉਹਨਾਂ ਨੂੰ ਦਰਸ਼ਨ ਦਾ ਜੋ ਸਿਧਾਂਤ ਹੈ ਉਹ ਪਤਾ ਲੱਗ ਗਿਆ ਹੋਣਾ। ਸੋ ਇੰਨੀ ਬੇਨਤੀ ਪ੍ਰਵਾਨ ਕਰਨੀ ਜੀ, ਕੋਈ ਭੁੱਲ ਚੁੱਕ ਮਾਫ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀ ਕਿਕਰਜੀਤ ਸਿੰਘ ਜੀ ਨੇ ਬੜੇ ਵਿਸਤਾਰ ਦੇ ਨਾਲ ਗੁਰਬਾਣੀ ਦੇ ਹੋਰ ਸ਼ਬਦ ਲੈ ਕਰਕੇ ਵੀ ਔਰ ਪ੍ਰਮਾਣ ਦੇ ਕਰਕੇ ਵੀ ਇਹ ਸਾਨੂੰ ਸਮਝਾਇਆ ਹੈ ਕਿ ਜੋ ਅਸਲ ਦਰਸ਼ਨ ਹਨ ਉਹ ਗੁਰੂ ਦੇ, ਉਹ ਉਹਨਾਂ ਦੀ ਵਿਚਾਰਧਾਰਾ ਨੂੰ ਸਮਝਣ ਦੇ ਨਾਲ, ਉਹ ਵਿਚਾਰਧਾਰਾ ਨੂੰ, ਗਿਆਨ ਨੂੰ ਆਪਣੇ ਅੰਦਰ ਧਾਰਨ ਕਰਨ ਨਾਲ ਹੀ ਹੋ ਸਕਦੇ ਹਨ। ਤੋ ਇਹ ਸਪਸ਼ਟ ਹੈ ਕਿ ਸਤਿਗੁਰੂ ਨੂੰ ਸਭ ਕੋ ਦੇਖਦਾ ਚੇਤਾ ਜਗਤ ਸੰਸਾਰ, ਜਿੱਥੇ ਮੁਕਤ ਨਾ ਹੋਵੇ ਜੇ ਚਰ ਸ਼ਬਦ ਨਾ ਕਰੇ ਵਿਚਾਰ। ਤੋ ਗੁਰੂ ਦਾ ਸ਼ਬਦ, ਗੁਰੂ ਦਾ ਗਿਆਨ ਜਿਹੜਾ ਹੈ ਉਸ ਨੂੰ ਸਮਝਣਾ ਔਰ ਆਪਣੇ ਅੰਦਰ ਉਹਦੀ ਵਿਚਾਰ ਕਰਨੀ, ਫਿਰ ਉਹਨੂੰ ਆਪਣਾ ਜੀਵਨ ਉਸ ਸ਼ਬਦ ਅਨੁਸਾਰ, ਗੁਰਬਾਣੀ ਵਿਚਾਰ ਅਨੁਸਾਰ ਬਣਾਉਣਾ ਜਿਹੜਾ ਹੈ, ਉਹੀ ਅਸਲ ਦਰਸ਼ਨ ਹਨ। ਔਰ ਉਹੀ ਮਕਸਦ ਹੈ ਹਰ ਇੱਕ ਗੁਰਸਿੱਖ ਦਾ ਕਿ ਉਹ ਸਤਿਗੁਰ ਦੇ ਨਾਲ ਜੁੜਿਆ ਰਹੇ ਔਰ ਸਤਿਗੁਰ ਦੇ ਦੱਸੀ ਜੋ ਵੀ ਉਹਨਾਂ ਨੂੰ ਹਦਾਇਤਾਂ ਹਨ ਗੁਰਬਾਣੀ ਦੇ ਅੰਦਰ, ਜੋ ਗੁਣ ਹਨ ਉਹਨਾਂ ਨੂੰ ਆਪਣੇ ਅੰਦਰ ਧਾਰਨ ਕਰਨਾ ਹੈ। ਇਹੀ ਗੁਰੂਆਂ ਦੇ ਅਸਲੀ ਦਰਸ਼ਨ ਹੈ। ਅਸੀਂ ਉਂਝ ਵੀ ਆਪਣੇ ਨਿੱਜੀ ਜੀਵਨ ਦੇ ਅੰਦਰ ਵੀ ਅਗਰ ਕਿਸੇ ਨੂੰ ਮਿਲਦੇ ਹਾਂ ਤਾਂ ਨਿਰਾ ਉਹਨੂੰ ਹਾਏ ਹੈਲੋ ਕਰਕੇ ਆਇਆ, ਅਗਰ ਅਸੀਂ ਨਿਕਲ ਜਾਂਦੇ ਹਾਂ ਤੇ ਸਾਨੂੰ ਉਸ ਬੰਦੇ ਦੇ ਕਰੈਕਟਰਿਸਟਿਕਸ ਬਾਰੇ, ਉਸ ਬੰਦੇ ਦੇ ਕਰੈਕਟਰ ਬਾਰੇ, ਉਹ ਕਿੰਨਾ ਕੁ ਇੰਟੈਲੈਕਚੁਅਲ ਹੈ, ਕਿੰਨੀ ਕੁ ਉਹਦੀ ਸਮਝ ਬੂਝ ਹੈ, ਉਸਦਾ ਸਾਨੂੰ ਪਤਾ ਨਹੀਂ ਲੱਗਦਾ। ਕਿਉਂਕਿ ਮੂਰਖ ਔਰ ਜਿਹੜਾ ਗਿਆਨੀ ਹੈ ਉਹਦਾ ਆਪ ਭਾਵ ਜਿਹੜੇ ਸਰੀਰ ਦੇ ਅੱਖਾਂ, ਨੱਕ, ਕੰਨ, ਹੱਥ ਦੇ, ਉਹ ਸਾਰੀ ਇੱਕੋ ਜਿਹੀ ਹੁੰਦੀ ਹੈ। ਲੇਕਿਨ ਜੋ ਅੰਦਰ ਦਿਮਾਗ ਦੇ ਅੰਦਰ ਜੋ ਉਹਦੇ ਵਿਚਾਰ ਹੁੰਦੇ ਹਨ ਉਸ ਤੋਂ ਉਸ ਬੰਦੇ ਦੇ ਕਰੈਕਟਰਿਸਟਿਕ ਪਤਾ ਲੱਗਦੇ ਹਨ। ਤੋ ਇਸ ਤਰ੍ਹਾਂ ਹੀ ਮਨਮੁਖ ਔਰ ਗੁਰਮੁਖ ਦਾ ਵੀ ਇਹੀ ਫਰਕ ਹੈ ਕਿ ਗੁਰਮੁਖ ਦੇ ਅੰਦਰ ਗੁਰੂ ਦੀ ਮੱਤ ਹੁੰਦੀ ਹੈ ਔਰ ਮਨਮੁਖ ਦੇ ਅੰਦਰ ਮਨ ਦੀ ਮੱਤ ਹੁੰਦੀ ਹੈ। ਤੋ ਦੇਖਣ ਨੂੰ ਭਾਵੇਂ ਇੱਕੋ ਜਿਹੇ ਲੱਗਦੇ ਹਨ। ਤੋ ਇਹ ਬੜਾ ਸਪਸ਼ਟ ਵੀਰ ਜੀ ਨੇ ਕੀਤਾ ਕਿ ਨਿਰੇ ਸਰੀਰ ਦੇ ਦਰਸ਼ਨ ਕਰਨ ਦੇ ਨਾਲ ਅਸਲੀ ਦਰਸ਼ਨ ਨਹੀਂ ਹੁੰਦੇ। ਤੋ ਇਹ ਜੋ ਪੰਕਤੀ ਵਿਚਾਰਾਧੀਨ ਸੀਗੀ ਕਿ ਜਿਨ੍ਹਾਂ ਨੇ ਉਸ ਦਾ ਜਿਨੀ ਦਰਸ਼ਨ ਸਤਿਗੁਰ ਪੁਰਖ ਨਾ ਪਾਇਆ ਰਾਮ, ਤੋ ਉਸ ਦੇ ਵਿੱਚ ਦਰਸ਼ਨ ਜਿਹੜੇ ਹਨ ਉਹ ਹੈ ਉਹਨਾਂ ਦੇ ਵਿਚਾਰਧਾਰਾ, ਉਹਨਾਂ ਦੀ ਗੁਰਮਤਿ, ਉਹਨਾਂ ਦਾ ਗਿਆਨ। ਜਿਨ੍ਹਾਂ ਨੇ ਨਹੀਂ ਪਾਇਆ ਉਹਨਾਂ ਨੇ ਆਪਣਾ ਜਨਮ ਜਿਹੜਾ ਹੈ ਉਹ ਨੇਫਲ ਔਰ ਬਿਰਥਾ ਜਿਹੜਾ ਹੈ ਉਹ ਗਵਾ ਦਿੱਤਾ ਹੈ। ਤੋ ਇਹ ਉਸ ਸ਼ਬਦ ਦੇ ਵਿੱਚ ਭਾਵ ਬੜੇ ਸਪਸ਼ਟ ਵੀਰ ਕਿੱਕਰ ਸਿੰਘ ਜੀ ਨੇ ਕੀਤੇ ਹਨ। ਮੈਂ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਬੜੀ ਮਿਹਨਤ ਕਰਕੇ ਇਸ ਦਾ ਜਵਾਬ ਜਿਹੜਾ ਹੈ ਉਹ ਸਾਨੂੰ ਦਿੱਤਾ ਹੈ। ਤੋ ਸਾਧ ਸੰਗਤ ਜੀ, ਅਗਲਾ ਸਵਾਲ ਹੈ
ਕਿ ਗੁਰਬਾਣੀ ਤੋਂ ਇਲਾਵਾ ਸਾਨੂੰ ਕਈ ਐਸੇ ਜਿਹੜੇ ਹਨ ਸ਼ਲੋਕ ਜਾਂ ਬਾਣੀ ਦੂਸਰੀਆਂ ਲਿਖੀਆਂ ਹੋਈਆਂ ਭਗਤਾਂ ਦੀਆਂ ਸਾਨੂੰ ਮਿਲਦੀਆਂ ਹਨ। ਇਵਨ ਗੁਰੂ ਨਾਨਕ ਸਾਹਿਬ ਦੇ ਨਾਂ ਦੇ ਉੱਪਰ ਵੀ ਕੁਝ ਬਾਹਰੋਂ ਸਾਨੂੰ ਪੰਕਤੀਆਂ ਐਸੀਆਂ ਮਿਲਦੀਆਂ ਹਨ ਕਿ ਨਾਨਕ ਨੀਵਾ ਜੋ ਚਲੇ ਲਗੇ ਨਾ ਤੱਤੀ ਵਾਓ। ਤੋ ਇਸੇ ਪੰਕਤੀਆਂ ਜਿਹੜੀਆਂ ਹਨ ਉਹ ਉਸ ਕਾਰਨ ਇੱਕ ਵੱਡਾ ਸੀਗਾ ਕਿ ਜਿਸ ਨੂੰ ਪਹਿਲਾਂ ਹੀ ਤੀਜੇ ਪਾਤਸ਼ਾਹ ਜੀ ਨੇ ਇੱਕ ਚੇਤਾਵਨੀ ਰੂਪ ਦੇ ਵਿੱਚ ਸਾਨੂੰ ਆਨੰਦ ਸਾਹਿਬ ਦੀ ਪਵਿੱਤਰ ਬਾਣੀ ਦੇ ਅੰਦਰ ਸਾਨੂੰ ਇਹ ਦਰਸਾਇਆ ਹੈ ਕਿ ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ ਸਤਿਗੁਰ ਬਾਝੋਂ ਹੋਰ ਕੱਚੀ ਬਾਣੀ। ਉਹ ਕੱਚੀ ਕਿਉਂ ਕਰ ਹੈ? ਕਿਉਂਕਿ ਸਤਿਗੁਰ ਦੇ ਜਿਹੜੇ ਬਚਨ ਹਨ ਉਹ ਅਟਲ ਹਨ, ਉਹ ਪੁਖਤਾ ਹਨ, ਉਹ ਉਹਨਾਂ ਦੇ ਅਨੁਭਵ ਦੇ ਉੱਪਰ ਆਧਾਰਿਤ ਹਨ। ਤੋ ਇਸ ਕਰਕੇ ਉਹਨਾਂ ਦੇ ਨਾਂ ਦੇ ਉੱਪਰ ਅਗਰ ਕੋਈ ਵੀ ਵਿਅਕਤੀ ਉਹ ਨਾਂ ਵਰਤ ਕੇ ਕੋਈ ਬਾਣੀ ਜਾਂ ਤਖੱਲਸ ਵਰਤ ਕੇ ਨਾਨਕ ਨਾਮ ਵਰਤ ਕੇ ਕੋਈ ਬਾਣੀ ਲਿਖਦਾ ਹੈ ਤਾਂ ਉਹਦੇ ਵਿਚਾਰਾਂ ਦੀ ਪਕਿਆਈ ਜਾਂ ਉਹਦੇ ਸਿਧਾਂਤ ਹਨ ਉਹ ਜਿਹੜੇ ਹਨ ਸਪਸ਼ਟ ਨਹੀਂ ਹੋ ਸਕਦੇ, ਉਹ ਗੁਰਮਤਿ ਅਨੁਸਾਰ ਨਹੀਂ ਹੋ ਸਕਦੇ। ਤੋ ਇਸੇ ਕਰਕੇ ਹੀ ਗੁਰਸਿੱਖਾਂ ਨੇ ਜਦੋਂ ਕੁਝ ਕੁ ਬਾਣੀਆਂ ਜਿਹੜੀਆਂ ਸਿੱਖ ਵਿਰੋਧੀ ਜਿਹੜੇ ਸਨ ਉਹਨਾਂ ਨੇ ਜਦੋਂ ਲਿਖੀਆਂ ਤਾਂ ਉਹ ਫਿਰ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਕੋਲ ਆਈਆਂ ਤਾਂ ਉਹ ਫਿਰ ਉਹਨਾਂ ਨੇ ਇਹ ਜੋ ਬਾਣੀ ਹੈ ਸਾਰੀ ਇਸ ਨੂੰ ਇੱਕ ਗ੍ਰੰਥ ਦੇ ਰੂਪ ਵਿੱਚ ਲਿਖਣ ਦਾ ਜਿਹੜਾ ਹੈ ਉਹ ਫੈਸਲਾ ਕੀਤਾ। ਔਰ ਜੋ ਬੈਕਗ੍ਰਾਉਂਡ ਵਿੱਚ ਗੱਲ ਇਹ ਚੱਲ ਰਹੀ ਸੀਗੀ ਜੋ ਗੁਰੂ ਅਮਰਦਾਸ ਪਾਤਸ਼ਾਹ ਨੇ ਕਹੀ ਹੈ ਕਿ ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰ ਬਾਝੋਂ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਜਿਹੜੇ ਉਹਨੂੰ ਉਸ ਕੱਚੀ ਬਾਣੀ ਨੂੰ ਬੋਲਣਗੇ ਉਹ ਵੀ ਕੱਚੇ, ਕਿਉਂਕਿ ਉਹਨਾਂ ਦੇ ਅੰਦਰ ਪਕਿਆਈ ਨਹੀਂ ਆਏਗੀ, ਉਹਨਾਂ ਅੰਦਰ ਗੁਰਮਤਿ ਨਹੀਂ ਆਏਗੀ, ਗਿਆਨ ਨਹੀਂ ਆਏਗਾ। ਸੁਣਦੇ ਕੱਚੇ ਜਿਹੜੇ ਸੁਣਨਗੇ ਉਸ ਕੱਚੀ ਬਾਣੀ ਨੂੰ ਵੀ ਉਹਨਾਂ ਦਾ ਜੀਵਨ ਜਿਹੜਾ ਹੈ ਉਹਦੇ 'ਚ ਕੋਈ ਸੁਧਾਰ ਨਹੀਂ ਆਏਗਾ, ਉਹ ਗੁਰਮਤਿ ਵਾਲੇ ਪਾਸੇ ਪ੍ਰੇਰਿਤ ਨਹੀਂ ਹੋਣਗੇ। ਸਹਿੰਦੇ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ। ਤੋ ਕੱਚੇ ਹੈ ਬੰਦੇ ਹਨ ਜਿਹੜੇ ਇਸ ਨੂੰ ਸੁਣਦੇ ਔਰ ਕਰਦੇ ਹਨ। ਤੋ ਇਹ ਜੋ ਸਵਾਲ ਵੀਰ ਜੀ ਨੇ ਕੀਤਾ ਹੈ ਕਿ ਗੁਰਬਾਣੀ ਤੋਂ ਬਾਅਦ ਕਬੀਰ ਸਾਹਿਬ ਦੇ ਕੁਝ ਸ਼ਲੋਕ ਮਿਲਦੇ ਹਨ, ਕਿਉਂਕਿ ਉਹਨਾਂ ਸ਼ਲੋਕਾਂ ਨੂੰ ਅਸੀਂ ਪ੍ਰਚਾਰਕ ਲੋਕ ਜਦੋਂ ਕਥਾ ਕੀਰਤਨ ਕਰਦੇ ਹਾਂ ਤਾਂ ਅਸੀਂ ਉਹਦੇ ਅੰਦਰ ਇਸ ਨੂੰ ਵਰਤ ਸਕਦੇ ਹਾਂ ਕਿ ਨਹੀਂ ਵਰਤ ਸਕਦੇ। ਤੋ ਇਸ ਵਿਚਾਰ ਤੋਂ ਬੜੀ ਸਪਸ਼ਟ ਗੱਲ ਹੈ ਜਿਵੇਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਵੀ ਕਲੀਅਰ ਕੀਤਾ ਹੈ। ਔਰ ਫਿਰ ਜੋ ਬਾਣੀ ਭਗਤਾਂ ਦੀ ਜੋ ਕਸੌਟੀ ਦੇ ਉੱਪਰ ਪੂਰੀ ਆਈ ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਕਿਉਂਕਿ ਭਗਤਾਂ ਦੀ ਬਾਣੀ ਇਕੱਠੀ ਕੀਤੀ ਹੈ ਤੋ ਜੋ ਗੁਰੂ ਨਾਨਕ ਦੇਵ ਮਹਾਰਾਜ ਦੀ ਦ੍ਰਿਸ਼ਟੀ ਦੇ ਅੰਦਰ ਉਹਨਾਂ ਦੇ ਸਿਧਾਂਤਾਂ ਦੇ ਮੁਤਾਬਕ ਉਹ ਬਾਣੀਆਂ ਜਿਹੜੀਆਂ ਭਗਤਾਂ ਕੋਲ ਸੀਗੀਆਂ, ਭਗਤ ਕਬੀਰ ਜੀ, ਭਗਤ ਫਰੀਦ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ, ਭਗਤ ਪੀਪਾ ਜੀ ਔਰ ਜਿਨ੍ਹਾਂ ਜਗ੍ਹਾ ਦੇ ਉੱਪਰ ਵੀ ਗੁਰੂ ਨਾਨਕ ਪਾਤਸ਼ਾਹ ਜੀ ਆਪ ਗਏ ਹਨ ਉੱਥੋਂ ਉਹ ਬਾਣੀਆਂ ਲਈਆਂ ਹਨ ਔਰ ਉਹਨਾਂ ਬਾਣੀਆਂ ਦੀ ਪਰਖ ਕੀਤੀ ਹੈ। ਔਰ ਪਰਖ ਕਰਨ ਤੋਂ ਬਾਅਦ ਹੀ ਉਹ ਪੋਥੀ ਜਿਹੜੀ ਹੈ ਉਹ ਫਿਰ ਤਿਤ ਮੈਲ ਜੋ ਸ਼ਬਦ ਹੋਆ ਸੋ ਪੋਥੀ ਗੁਰੂ ਅੰਗਦ ਜੋਗ ਮਿਲੀ। ਸੋ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ ਉਹ ਪੋਥੀ ਅੱਗੋਂ ਟ੍ਰਾਂਸਫਰ ਕੀਤੀ ਜਿਹਦੇ ਅੰਦਰ ਜੋ ਗੁਰਮਤਿ ਦਾ ਗਿਆਨ ਸੀਗਾ, ਜੋ ਬਾਣੀ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਦੇ ਨਾਲ ਮੇਲ ਕਰਦੀ ਸੀ, ਉਸ ਬਾਣੀ ਨੂੰ ਅੱਗੋਂ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਦਿੱਤੀ। ਫਿਰ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਉਹਦੇ ਅੰਦਰ ਆਪਣੇ ਸ਼ਲੋਕ ਐਡ ਕੀਤੇ। ਫਿਰ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ, ਗੁਰੂ ਅਮਰਦਾਸ ਪਾਤਸ਼ਾਹ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਔਰ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ, ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪਣੀ ਬਾਣੀ ਐਡ ਕਰਕੇ ਇਸ ਨੂੰ ਫਿਰ ਅੱਗੇ ਤੋਰਿਆ। ਔਰ ਪੰਜਵੇਂ ਪਾਤਸ਼ਾਹ ਕੋਲ ਜਦੋਂ ਪਹੁੰਚੀ ਤਾਂ ਪੰਜਵੇਂ ਪਾਤਸ਼ਾਹ ਨੇ ਉਸ ਬਾਣੀ ਨੂੰ ਜੋ ਉਹਨਾਂ ਨੂੰ ਗੁਰਗੱਦੀ ਵੇਲੇ ਗੁਰੂ ਰਾਮਦਾਸ ਪਾਤਸ਼ਾਹ ਤੋਂ ਪ੍ਰਾਪਤ ਹੋਈ ਸੀ ਉਸ ਨੂੰ ਰਾਮਸਰ ਵਾਲੇ ਥਾਂ ਦੇ ਉੱਪਰ ਬਿਠਾ ਕਰਕੇ ਭਾਈ ਗੁਰਦਾਸ ਜੀ ਨੂੰ ਉਸ ਨੂੰ ਲਿਖਵਾਇਆ ਔਰ ਉਹਦੇ ਅੰਦਰ ਕਾਫੀ ਸੰਕੇਤ ਵੀ ਦਿੱਤੇ ਕਿ ਇਸ ਨੂੰ ਕਿਸ ਤਰੀਕੇ ਨਾਲ ਪੜ੍ਹਨਾ ਹੈ। ਤਾਂ ਉਹਦੇ ਅੱਖਰ ਜਿਹੜੇ ਗਿਆਨ ਹਨ, ਜਿਹੜੇ ਟੋਟਲ ਹਨ, ਸ਼ਬਦਾਂ ਦੇ ਲੌਕਿੰਗ ਸਿਸਟਮ ਹੈ ਉਹ ਹੀ ਬੜਾ ਯੂਨੀਕ ਬਣਾਇਆ ਤਾਂ ਕਿ ਇਹਦੇ ਅੰਦਰ ਕੋਈ ਹੋਰ ਤਬਦੀਲੀ ਨਾ ਕਰ ਸਕੇ ਕਿ ਕੋਈ ਹੋਰ ਗੁਰੂ ਨਾਨਕ ਪਾਤਸ਼ਾਹ ਦਾ ਨਾਮ ਵਰਤ ਕੇ ਜਾਂ ਕਬੀਰ ਸਾਹਿਬ ਦਾ ਨਾਮ ਵਰਤ ਕੇ ਉਹ ਬਾਣੀ ਇਹਦੇ ਅੰਦਰ ਸ਼ਾਮਲ ਨਾ ਕਰ ਸਕੇ। ਤਾਂ ਇਹੀ ਕਾਰਨ ਹੈ ਕਿ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਹੋ ਗਈ ਹੈ ਤਾਂ ਕਈਆਂ ਨੇ ਆਪਣੇ ਜਿਹੜੇ ਹਨ ਉਹ ਇਹੋ ਜਿਹੇ ਸ਼ਲੋਕ ਵੀ ਜਿਹੜੇ ਲਿਖੇ ਹਨ, ਕਬੀਰਾ ਤੇਰੀ ਝੌਂਪੜੀ ਗਲ ਕਟੀਆਂ ਕੇ ਪਾਸ। ਤਾਂ ਇਹੋ ਜਿਹੇ ਹੋਰ ਵੀ ਕਈ ਐਸੇ ਸ਼ਲੋਕ ਹਨ ਜਿਹੜੇ ਕਿ ਸਾਨੂੰ ਗੁਰਬਾਣੀ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੇ ਹਨ ਉਹ ਨਹੀਂ ਮਿਲਦੇ। ਤਾਂ ਇਸ ਕਰਕੇ ਸਾਨੂੰ ਇਸ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਬਾਣੀ ਹੈ ਭਗਤਾਂ ਦੀ ਹੈ ਉਹਦੇ ਉੱਪਰ ਹੀ ਸਾਨੂੰ ਮਨਸਰ ਕਰਨਾ ਚਾਹੀਦਾ, ਉਸ ਦਾ ਹੀ ਸਾਨੂੰ ਪ੍ਰਚਾਰ ਕਰਨਾ ਚਾਹੀਦਾ ਔਰ ਉਹਨੂੰ ਹੀ ਆਪਣੇ ਕਥਾ ਔਰ ਲੈਕਚਰ ਆਦਿ ਦੇ ਵੀ ਸਾਨੂੰ ਇਹ ਕੋਟ ਕਰਨਾ ਚਾਹੀਦਾ। ਤਾਂ ਇਹ ਹਦਾਇਤ ਸਾਨੂੰ ਗੁਰਬਾਣੀ ਵਿੱਚੋਂ ਜਿਹੜੀ ਮਿਲਦੀ ਹੈ ਉਸ ਬਾਣੀ ਅਨੁਸਾਰ ਸਾਨੂੰ ਇਹ ਫੈਸਲਾ ਜਿਹੜਾ ਹੈ ਉਹ ਕਰਨਾ ਚਾਹੀਦਾ ਔਰ ਬਾਹਰੋਂ ਕੱਚੀਆਂ ਜਿਹੜੀਆਂ ਬਾਣੀਆਂ ਹਨ ਉਹਨਾਂ ਨੂੰ ਅਸੀਂ ਆਧਾਰ ਨਹੀਂ ਬਣਾਉਣਾ। ਤਾਂ ਆਸ ਹੈ ਕਿ ਜਿਨ੍ਹਾਂ ਵੀਰਾਂ ਨੇ ਸਵਾਲ ਪੁੱਛਿਆ ਸੀਗਾ ਉਹਨਾਂ ਨੂੰ ਇਸ ਦਾ ਜਵਾਬ ਜਿਹੜਾ ਹੈ ਉਹ ਮਿਲ ਗਿਆ ਹੋਵੇਗਾ। ਤਾਂ ਅਗਲਾ ਸਵਾਲ ਇਸ ਦੇ ਨਾਲ ਹੀ ਹੈ
कि अमृत वेला कितने बजे शुरू होता है। एक बहुत महत्वपूर्ण सवाल है, हर किसी के मन में होंदा है कि मैं सवेरे इन्ने बजे उठदा जी, मैं इन्ने बजे जी। कोई कहता जी पैर रात होनी चाहिए है। कई जड़े संत हैं वो 2:30 बजे 2 बजे उठ के बैठ जाते हैं, और फिर बाद जो अपना पूरा टाइम लगता आराम नाल सौ भी जाते हैं, रेस्ट भी कर लेंगे हैं। तो क्वेश्चन उत्थे रह जाता है कि कोई नियत समा है जिसनों असीं अमृत वेला कह सकते हैं। वो कुछ ने कहा भी 2:30 बजे कभी शुरू होता है। तो मैं क्योंकि रहत मर्यादा के बारे जोड़े सवाल हैं वो सारे साडे वीर हरजीत सिंह जी वो उसनों हैंडल करते हैं। उन्होंने ही सारी रहत मर्यादा नूं एक एक अखर नूं साडे नाल बड़े विद्वतापूर्ण ढंग नाल शेयर किया है। तो मैं उन्होंने बेनती करांगा वीर हरजीत सिंह जी नूं कि इस सवाल का डूंघाई नाल सानूं जिहड़ा समझाउण कि अमृत वेला की है, तो किन्ने बजे शुरू होता है, तो अमृत वेले उठ के करना की है। इस बारे भी भावें वीर जी ने सवाल पूछा नहीं है कि करना की है, लेकिन मैं अपने वालों वीर जी नूं बेनती करांगा कि अमृत वेले असीं की करना है, अमृत वेला की है और कदों शुरू होता है, इस बारे अपने विचार दें वीर हरजीत सिंह जी। वाहिगुरू जी का खालसा, वाहिगुरू जी की फतेह। आप जी ने जो सवाल पूछा है कि अमृत वेला की है, कदों शुरू होता है, इस सवाल नूं समझण दे लई श्री गुरु ग्रंथ साहिब जी की पावन बाणी का सहारा लेना बड़ा जरूरी है। सिख रहत मर्यादा विच जिक्र किया गया, सिख पैर रात रहिंदी उठे, इशनान करे, बाणी का पाठ करे, अरदास करे, ये सारा लिखा गया है सिख रहत मर्यादा विच। पर गुरु रामदास महाराज सच्चे पातशाह जी ने गुरसिख के जीवन का जो टाइम टेबल बनाया, उस अनुसार जो शब्द गौड़ी की वार दे विच दर्ज किया गया, गुर सतगुरु का जो सिख अखाए, सो भलके उठ हर नाम ते आवे, उदम करे भलके प्रभाती, इशनान करे अमृत सर नावे, उपदेश गुरु हर हर जप जापे, सब किलवक पाप दुख लै जावे। इत्थों गल स्पष्ट हुंदी है कि इस शब्द तो जो शब्द गौड़ी की वार में दर्ज किया गया, ਉਹਦੇ ਪਹਿਲੀਆਂ पंक्तियां तो ही भलके उठन की गल कर दी गई। गुरु के सिख नूं सिख अखवाउण दे लई पहला फार्मूला रखा गया, वो असीं सवेरे उठना, अमृत वेले दी संभाल करके वाहिगुरू दी हरि दे नाम विच जुड़ना, इशनान करना, अमृतसर भाव बाणी दे सरोवर विच चुभियां लाउणियां, गुरु दे उपदेश जपने, दिन चढ़दियां बहिंदियां उठदियां सारे दिन बाणी विच जुड़ना, भाव सुरत जिहड़ी है वो निरंकार दे नाल जोड़ी रखना, हर श्वास विरास दे विच उहदी बंदगी करनी। अखीर ते जाके सतगुरु कहते जिहड़े इंसान जिहड़े गुरु के प्यारे जो ऐसे व्यक्ति हन, जन नानक धूड़ मंगे तिस गुरसिख की, जो आप जपे अवरा नाम जपावे। ये परिभाषा अमृत वेले दी गुरु रामदास पातशाह जी ने साडे नाल सांझी की। जे असीं भाई गुरदास जी ਦੀਆਂ ਰਚਨਾਵਾਂ ਨੂੰ ਦੇਖਦੇ ਹਾਂ, ਉਹਨਾਂ ਦੇ ਗੁਰਸਿੱਖ ਭਲਕੇ ਉੱਠकर ਅੰਮ੍ਰਿਤ ਵੇਲੇ ਸਰ ਨਾ ਬੰਦਾ, ਗੁਰ ਕੇ ਬਚਨ ਉਚਾਰ ਕੇ ਧਰਮਸ਼ਾਲ ਦੀ ਸੁਰਤ ਕਰਨ ਦਾ, ਸਾਧ ਸੰਗਤ ਵਿੱਚ ਜਾਏ ਕੇ ਗੁਰਬਾਣੀ ਦੇ ਪ੍ਰੀਤ ਸੁਣਨ ਦਾ। ਗੁਰਸਿੱਖ ਭਲਕੇ ਉੱਠकर ਅੰਮ੍ਰਿਤ ਵੇਲੇ ਸਰ ਨਾ ਬੰਦਾ, ਗੁਰ ਕੇ ਬਚਨ ਉਚਾਰ ਕੇ ਧਰਮਸ਼ਾਲ ਦੀ ਸੁਰਤ ਕਰਨ ਦਾ। तो भाई साहब भाई गुरदास जी ने बड़े स्पष्ट तौर पर गल की भी अमृत वेले उठन का जो सिद्धांत है वो सिख की जिंदगी विचों माइनस नहीं किया जा सकता। मन विचों हर तरह की शंका मिटा के ये गुरु की सेवा च भी लगे, धर्म करन की किरत भी करे, ये लोड़वंदां की सहायता भी करे। इस जीवन का एक पूरी तरह वेरवा जिहड़ा है भाई गुरदास जी ने उस वार दे विच लिखिया, जिहड़े आपां जिक्र कर रहे हाँ। गुरसिख भलके उठकर अमृत वेले सर ना बंदा, गुर कै वचन उचार के धर्मशाला दी सुरत करन दा,
साध संगत विच जाए कै गुरबाणी दे प्रीत सुनंदा, शंका मनो मिटाए के गुर सिखां दी सेव करंदा, किरत बिरत कर धर्म दी लै प्रसाद आन वरतंदा, गुर सिखां नूं दे कर पिछों बचिया आप खवंदा, कली काल प्रकाश का गुर चेला चेला गुर संदा, गुरमुख गाड़ी राह चलंदा। ਤੇ ਗਾੜੀ ਰਾਹ ਦਾ ਮਤਲਬ ਗੁਰੂ ਦੇ ਦੱਸੇ ਮਾਰਗ ਤੇ ਚੱਲਣਾ। ਜਿੰਨੀਆਂ ਗੱਲਾਂ ਭਾਈ ਗੁਰਦਾਸ ਜੀ ਨੇ ਕੀਤੀਆਂ ਹਨ, ਇਹ ਸਾਰੀਆਂ ਹੀ ਗੁਰਮੁਖ ਗਾੜੀ ਰਾਹ ਦੀ ਗੱਲ ਕੀਤੀ ਗਈ ਹੈ। ਹੁਣ ਸਵਾਲ ਇਹ ਪੈਦਾ ਹੋਇਆ ਵੀ ਅੰਮ੍ਰਿਤ ਵੇਲਾ ਦੀ ਗੱਲ ਕਿਉਂ ਕੀਤੀ ਗਈ। ਦਰਅਸਲ ਅੰਮ੍ਰਿਤ ਵੇਲਾ ਇੱਕ ਐਸਾ ਸਮਾਂ ਹੁੰਦਾ ਹੈ ਜਦੋਂ ਮਨੁੱਖ ਦਾ ਮਨ ਇਕਾਗਰ ਹੁੰਦਾ ਹੈ। ਇਕਾਗਰ ਮਨ ਨਾਲ ਮਨੁੱਖ परमात्मा की याद में सहजे जुड़ सकता है। जिवें जिवें दिन चढ़ता है, मन की वृत्ति खिलरती है, कई पासे मन दौड़ना शुरू करता है, मन की दौड़ शुरू हो जाती है। मनुख दुनिया के धंधियां च ऐसा खचित होंदा है, उहदे चों निकलना ही बड़ा औखा हो जाता है। फिर दिन चढ़दे भुख ने, प्यास ने, त्रेह ने, इन भी चमकना हुंदा है। खान पीन का रुझान भी बनना कुदरती गल है। तो सारा दिन मनुख फिर धंधा करता है, कामकार भी करना है, मनुखा जीवन की गड्डी चलाने लई काम कर करदे थकावट भी हो जाती है। थकावट के कारण मनुख नूं फिर सुस्ती भी आती है, नींद भी आती है, तो रात सुत्तियां बीत जाती है। तो सारे समय च एक समा बचता है, वह है अमृत वेला, जिस वेले मनुख का मन एकाग्र होकर परमात्मा की याद में जुड़ सकता है। गुरु नानक पातशाह सच्चे पातशाह जी ने माझ की वार दे विच फरमान दिता है, सबाही सालाहा जिनी ध्याया एक मन, सेई पूरे शाह वक्ते ऊपर लड़ हुए, दूजे बहुते राह मन किया मती खिंडियां, बहुत पे असगा गोते खाए ना निकले। ਜਿਹੜੇ ਮਨੁੱਖ ਅੰਮ੍ਰਿਤ ਵੇਲੇ ਪ੍ਰਮਾਤਮਾ ਦੀ ਸਿਫਤ ਸਲਾਹ ਕਰਦੇ ਹਨ, ਇੱਕ ਮਨ ਹੋ ਕੇ ਪ੍ਰਮਾਤਮਾ ਨੂੰ ਸਿਮਰਦੇ ਹਨ, ਅੰਮ੍ਰਿਤ ਵੇਲੇ ਉੱਠ ਕੇ ਆਪਣੇ ਮਨ ਨਾਲ ਯੁੱਧ ਕਰਦੇ ਹਨ, ਲੜਾਈ ਕਰਦੇ ਹਨ, ਜੰਗ ਕਰਦੇ ਹਨ, ਆਲਸ ਵਿੱਚੋਂ ਨਿਕਲ ਕੇ ਬੰਦਗੀ ਦਾ ਹਾਰ ਕਰਦੇ ਹਨ, ਅਸਲ 'ਚ ਉਹੀ ਮਨੁੱਖ ਪੂਰੇ ਸ਼ਾਹ ਹਨ। ਕੁਝ ਲੋਕਾਂ ਨੇ, ਕੁਝ ਵਿਦਵਾਨਾਂ ਨੇ ਮਨੁੱਖਾ ਜੀਵਨ ਨੂੰ ਵੀ ਅੰਮ੍ਰਿਤ ਵੇਲੇ ਦੇ ਨਾਲ तशबीह दी है। कुछ ऐसे विद्वान भी हैं जिहड़े ये भी विचार दिंदे हैं कि जदों ही बाणी पढ़ ली जाए वो अमृत वेला होता है। इहदे च कोई शक नहीं कि मनुखा जीवन अमृत वेला कदों बनता है। पहला ये गल समझण की लोड़ है। जदों अमृत वेले का अभ्यास पक्का हो जाए, ਹਰਜੀਤ ਸਿੰਘ ਜੀ ਤੁਹਾਡਾ ਮਾਈਕ ਮਿਊਟ ਹੋ ਗਿਆ, ਆਵਾਜ਼ ਨਹੀਂ ਆ ਰਹੀ। ਜਦੋਂ ਅੰਮ੍ਰਿਤ ਵੇਲੇ ਦਾ ਅਭਿਆਸ ਪੱਕਾ ਹੋ ਜਾਏ ਤਾਂ ਫਿਰ ਅੱਠੇ ਪੈਰ ਹੀ ਮਨੁੱਖ ਦੇ ਮਨ ਵਿੱਚ ਪਰਮੇਸ਼ਰ ਦੀ ਯਾਦ ਟਿਕੀ ਰਹਿੰਦੀ ਹੈ। ਅੰਮ੍ਰਿਤ ਵੇਲੇ ਦੀ ਕੀਤੀ ਹੋਈ ਕਮਾਈ ਦਾ ਸਦਕਾ ਹੀ ਮਨੁੱਖ ਵਿਕਾਰਾਂ ਦੇ ਜਿਹੜੇ ਹੱਲੇ ਹਨ ਉਹਨਾਂ ਤੋਂ ਬਚ ਸਕਦਾ ਹੈ, ਆਤਮਿਕ ਡੋਲਤਾ ਵਿੱਚ ਜੁੜ ਸਕਦਾ ਹੈ। ਜੇ ਅਸੀਂ ਜਪ ਦੀ ਬਾਣੀ ਨੂੰ ਪੜ੍ਹਦੇ ਹਾਂ, ਸਰਕਾਰ ਨਾਲ ਜਿਹਨੂੰ ਅਸੀਂ ਜਪਜੀ ਸਾਹਿਬ ਕਹਿੰਦੇ ਹਾਂ, ਗੁਰੂ ਨਾਨਕ ਸਾਹਿਬ ਉੱਥੇ ਸਾਨੂੰ ਕਹਿੰਦੇ ਕਿ ਜੀਵ ਦੀ ਪਰਮਾਤਮਾ ਨਾਲੋਂ ਵਿੱਥ ਬਣੀ ਹੋਈ ਹੈ। ਇਹ ਵਿੱਥ ਕਿਸੇ ਪੁੰਨ ਦਾਨ ਕਰਨ ਨਾਲ ਨਹੀਂ ਮਿਟ ਸਕਦੀ, ਕੋਈ ਮਾਈਕ ਭੇਟਾ ਉਸਦੇ ਅੱਗੇ ਰੱਖਣ ਨਾਲ ਵੀ ਨਹੀਂ ਮਿਟ ਸਕਦੀ, ਕਿਉਂਕਿ ਸਾਰੀਆਂ ਦਾਤਾਂ ਪਰਮੇਸ਼ਰ ਦੀਆਂ ਆਪਣੀਆਂ ਦਿੱਤੀਆਂ ਹੋਈਆਂ ਹਨ। ਪਰਮਾਤਮਾ ਨਾਲੋਂ ਵਿੱਥ ਵਟਾਉਣ ਦਾ ਇੱਕੋ ਇੱਕ ਵਸੀਲਾ ਹੈ, ਉਹ ਹੈ ਅੰਮ੍ਰਿਤ ਵੇਲੇ ਉੱਠਣਾ, ਉੱਠ ਕੇ ਪ੍ਰਭੂ ਦੇ ਨਾਮ ਵਿੱਚ ਸੁਣਨਾ, ਉਹਦੀ ਸਿਫਤ ਸਲਾਹ ਕਰਨੀ। ਜਦੋਂ ਐਸੀ ਕਾਰ ਕਰਦਾ ਹੈ ਮਨੁੱਖ, ਉਹਦੇ ਉੱਤੇ ਪਰਮੇਸ਼ਰ ਦੀ ਬਖਸ਼ਿਸ਼ ਹੁੰਦੀ ਹੈ, ਉਹਦਾ ਬਖਸ਼ਿਸ਼ ਰੂਪੀ ਪਟੋਲਾ ਉਹਨੂੰ ਮਿਲਦਾ ਹੈ, ਜਿਸ ਨਾਲ ਮਨੁੱਖ ਨੂੰ ਹਰ ਪਾਸੇ ਹੀ ਪਰਮ ਪਿਤਾ ਪਰਮੇਸ਼ਰ ਵਸਦਾ ਹੋਇਆ ਨਜ਼ਰ ਆ ਜਾਂਦਾ ਹੈ।
ਜਪ ਦੀ ਬਾਣੀ ਅਸੀਂ ਰੋਜ਼ ਪਾਠ ਕਰਦੇ ਹਾਂ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ, ਕਰਮੀ ਆਵੇ ਕਪੜਾ ਨਦਰੀ ਮੋਹ ਦੁਆਰ, ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ। ਜੇ ਅਸੀਂ ਦੂਜੇ ਪਾਸੇ ਅਸੀਂ ਗੱਲ ਕਰੀਏ ਕਿ ਅਸੀਂ ਜਿਹੜੀ ਦਲੀਲ ਦਿੱਤੀ ਜਾਂਦੀ ਹੈ ਕਿ ਸਾਰਾ ਜੀਵਨ ਹੀ ਅੰਮ੍ਰਿਤ ਵੇਲਾ, ਜਦੋਂ ਉੱਠੋ ਉਦੋਂ ਹੀ ਅੰਮ੍ਰਿਤ ਵੇਲਾ ਹੈ, ਇਹ ਕਿਹੜੀ ਦਲੀਲ ਦਿੱਤੀ ਜਾਂਦੀ ਹੈ। ਮੈਂ ਬੇਨਤੀ ਕਰਾਂ, ਅਸੀਂ ਠੀਕ ਗੱਲ ਕਰ ਰਹੇ ਹਾਂ ਵੀ ਅਸੀਂ ਹਾਲਤ ਉਸਾਰਨਾ ਚਾਹੁੰਦੇ ਹਾਂ, ਇਮਾਰਤ ਉਸਾਰਨਾ ਚਾਹੁੰਦੇ ਹਾਂ, ਪਰ ਇਮਾਰਤ ਦੀ ਨੀਂਹ ਰੱਖਣੀ ਨਹੀਂ ਚਾਹੁੰਦੇ। ਮੇਰੀ ਬੇਨਤੀ ਹੈ ਕਿ ਬਿਨਾਂ ਨੀਂਹ ਤੋਂ ਇਮਾਰਤ ਖੜੀ ਨਹੀਂ ਹੋ ਸਕਦੀ, ਨੀਹਾਂ ਤਾਂ ਬਣਨੀਆਂ ਹੀ ਪੈਣਗੀਆਂ। ਜੇ ਸਾਰਾ ਜੀਵਨ ਸਾਡਾ ਮਨੁੱਖੀ ਜੀਵਨ ਅੰਮ੍ਰਿਤ ਵੇਲਾ ਹੈ ਤਾਂ ਉਹਦੀ ਨੀਂਹ ਭਰਨ ਦਾ ਜਿਹੜਾ ਨੀਂਹ ਹੈ ਉਹ ਅੰਮ੍ਰਿਤ ਵੇਲੇ ਉੱਠਣ ਦਾ ਨਿਯਮ ਹੈ। ਜਦ ਤੱਕ ਉਹ ਨਿਯਮ ਨਹੀਂ ਪੱਕਾ ਹੁੰਦਾ ਉਦੋਂ ਤੱਕ ਮਨੁੱਖਾ ਜੀਵਨ ਦੇ ਨੂੰ ਅਸੀਂ ਅੰਮ੍ਰਿਤ ਵੇਲੇ ਨਾਲ ਤੁਲਨਾ ਨਹੀਂ ਕਰ ਸਕਦੇ। ਗੁਰੂ ਸਾਹਿਬ ਜੀ ਨੇ ਮਨੁੱਖਾ ਜੀਵਨ ਦਿੱਤਾ ਪਰਮ ਪਿਤਾ ਪਰਮੇਸ਼ਰ ਦੀ ਪ੍ਰਾਪਤੀ ਲਈ, ਉਹਦੇ ਨਾਲ ਮਿਲਾਪ ਕਰਨ ਦੇ ਲਈ। ਇਹ ਮਿਲਾਪ ਉਦੋਂ ਹੋਣਾ ਹੈ ਜਦੋਂ ਸਾਡੀ ਜ਼ਿੰਦਗੀ ਵਿੱਚ ਪਰਮੇਸ਼ਰ ਦੀ ਯਾਦ ਵਸੇਗੀ। ਯਾਦ ਤਾਂ ਵਸੇਗੀ ਜੇ ਅਸੀਂ ਪਹਿਲਾਂ ਉੱਠ ਕੇ ਇਹਦੀ ਨੀਂਹ ਭਰਾਂਗੇ। ਅਸੀਂ ਨੀਂਹ ਤਾਂ ਭਰੀ ਨਹੀਂ ਤੇ ਮਹੱਲ ਖੜਾ ਕਰਨ ਦਾ ਯਤਨ ਕਰ ਰਹੇ ਹਾਂ। ਦਰਖਤ ਨੂੰ ਜ਼ਮੀਨ ਤੇ ਲਾਉਣਾ ਦੀ ਜੜ ਤਾਂ ਜ਼ਮੀਨ ਤੇ ਲਾਉਂਦੇ ਨਹੀਂ, ਕਿ ਖੜਾ ਕਰਨ ਦਾ ਹਵਾ ਵਿੱਚ ਖੜਾ ਕਰਨ ਦੀਆਂ ਗੱਲਾਂ ਕਰ ਰਹੇ ਹਾਂ। ਸਿੱਖ ਧਰਮ ਜਿਹੜਾ ਹੈ ਇਹ ਦਲੀਲਾਂ ਦੇ ਉੱਤੇ ਨਹੀਂ ਖੜਾ, ਇਹ ਅਪੀਲ ਦੇ ਉੱਤੇ ਖੜਾ ਹੈ, ਅਰਦਾਸ ਦੇ ਉੱਤੇ ਖੜਾ ਹੈ, ਬੰਦਗੀ ਦੇ ਉੱਤੇ ਖੜਾ ਹੈ। ਜਦੋਂ ਅਸੀਂ ਦਲੀਲਾਂ ਦੇਵਾਂਗੇ ਇਹ ਵੀ ਅੰਮ੍ਰਿਤ ਵੇਲਾ ਹੈ, ਇਹ ਵੀ ਅੰਮ੍ਰਿਤ ਵੇਲਾ ਹੈ, ਇਹ ਵੀ ਅੰਮ੍ਰਿਤ ਵੇਲਾ ਹੈ, ਹਾਂ ਉਹ ਸਮਾਂ ਸਾਰਾ ਹੀ ਅੰਮ੍ਰਿਤ ਵੇਲਾ ਹੈ ਜਿਸ ਅੰਮ੍ਰਿਤ ਵਿੱਚ ਪਰਮੇਸ਼ਰ ਦੀ ਬੰਦਗੀ ਕੀਤੀ ਜਾਏ। ਪਰ ਇਹ ਗੱਲ ਬੜੀ ਪੱਕੀ ਹੈ ਕਿ ਜਿਹੜਾ ਗੁਰਬਾਣੀ ਨੇ ਸਾਨੂੰ ਅੰਮ੍ਰਿਤ ਵੇਲੇ ਦਾ ਸਿਧਾਂਤ ਦਿੱਤਾ, ਚਲਾਂਗੇ ਉਠ ਨਾਮ ਜਪ ਨਿਸ ਬਾਸਰ ਆਰਾਧ, ਕਾਰਾ ਤੁਝੇ ਨਾ ਵਿਆਪੀ ਨਾਨਕ ਮਿਟੇ ਉਪਾਧ ਦੀ ਗੱਲ ਅਸੀਂ ਆਪਣੀ ਜ਼ਿੰਦਗੀ ਤੋਂ ਮਾਈਨਸ ਨਹੀਂ ਕਰ ਸਕਦੇ। ਹੁਣ ਇਹ ਸ਼ੁਰੂ ਕਿੰਨੇ ਵਜੇ ਹੁੰਦਾ ਹੈ? ਸ਼ੁਰੂ ਕਿੰਨੇ ਵਜੇ ਹੁੰਦਾ ਹੈ? ਆਮ ਤੌਰ ਤੇ ਗੱਲ ਕੀਤੀ ਜਾਂਦੀ ਹੈ ਪਹਿਰ ਰਾਤ ਰਹਿੰਦਿਆਂ, ਭਾਵ ਪਹਿਰ ਰਾਤ, ਇੱਕ ਪਹਿਰ ਰਾਤ, ਆਲਮੋਸਟ 8 ਪਹਿਰਾਂ ਦਾ ਦਿਨ ਰਾਤ ਗਿਣਿਆ ਜਾਂਦਾ ਹੈ। ਤੋ ਸੂਰਜ ਚੜ੍ਹਨ ਤੋਂ 3 ਘੰਟੇ ਪਹਿਲਾਂ, ਇਹ ਕੋਈ ਫਿਕਸ ਟਾਈਮ ਨਹੀਂ ਹੈ। ਇਹ ਜੇ ਥੋੜਾ ਬਹੁਤਾ ਅਦਲਾ ਬਦਲੀ ਮਨੁੱਖ ਦੀ ਆਪਣੀ ਸਹੂਲਤ ਮੁਤਾਬਕ ਕਰ ਸਕਦਾ ਹੈ, ਪਰ ਇਹ ਗੱਲ ਅਸੀਂ ਨਹੀਂ ਕਹਿ ਸਕਦੇ ਵੀ ਅੰਮ੍ਰਿਤ ਵੇਲਾ ਕੋਈ ਹੈ ਹੀ ਨਹੀਂ, ਜਦੋਂ ਪਾਠ ਕਰ ਲਈ ਉਦੋਂ ਅੰਮ੍ਰਿਤ ਵੇਲਾ। ਠੀਕ ਹੈ, ਉਹ ਅੰਮ੍ਰਿਤ ਵੇਲਾ ਹੈ, ਪਰ ਬੇਸਿਕ ਪ੍ਰਿੰਸੀਪਲ ਜਿਹੜਾ ਗੁਰਬਾਣੀ ਦਾ ਹੈ, ਭਿੰਨੀ ਰਹਿ ਨੜੀਏ ਚਮਕਨ ਤਾਰੇ, ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ ਸਦਾ ਜਾਗੇ, ਨਾਮ ਸਿਮਰੇ ਅੰਦਨੋ ਚਰਨ ਕਮਲ ਧਿਆਨ ਹਿਰਦੇ, ਪਰ ਵਿਸਰ ਨਹੀਂ ਇੱਕ ਖਿਨੋ। ਇਹਨੂੰ ਛੱਡ ਕੇ ਅਸੀਂ ਅਗਾਂਹ ਨੂੰ ਨਹੀਂ ਵੱਧ ਸਕਦੇ। ਤੋ ਸਾਡੀ ਜੀਵਨ ਦੀਆਂ ਜਿਹੜੀਆਂ ਕਮਜ਼ੋਰੀਆਂ ਹਨ, ਅਸੀਂ ਉਹਨਾਂ ਨੂੰ ਗੁਰਮਤਿ ਸਿਧਾਂਤਾਂ ਦੇ ਵਿੱਚ ਆ ਕੇ ਇਹ ਠੋਕ ਨਹੀਂ ਸਕਦੇ। ਸਾਡੀਆਂ ਆਪਣੀਆਂ ਕਮਜ਼ੋਰੀਆਂ ਹੋ ਸਕਦੀਆਂ ਹਨ ਕਿ ਅਸੀਂ ਨਹੀਂ ਉੱਠ ਸਕਦੇ ਜਾਂ ਸਾਡੇ ਉੱਠਣ 'ਚ ਕੋਈ ਕਮੀ ਹੈ। ਬਿਲਕੁਲ ਕਲੀਅਰ ਗੱਲ ਹੈ, ਮਨੁੱਖ ਆਤਮਿਕ ਮੌਤ ਉਦੋਂ ਹੀ ਦੂਰ ਹੋ ਸਕਦੀ ਹੈ ਜੇ ਆਤਮਿਕ ਜੀਵਨ ਦੇ ਸੋਮੇ ਪ੍ਰਮਾਤਮਾ ਨਾਲ ਜੁੜੇਗਾ, ਜੇ ਆਪਣੇ ਆਪ ਲੀਨ ਕਰ ਲੇਗਾ। ਇਸ ਦਾ ਅਸਲ ਸਮਾਂ ਜਿਹੜਾ ਹੈ ਉਹ ਹੈ ਸਵੇਰੇ ਉੱਠਣਾ, ਅੰਮ੍ਰਿਤ ਵੇਲੇ ਉੱਠਣਾ। ਚੌਥੇ ਪਹਿਰ, ਸਵੇਰ ਦਾ ਚੌਥਾ ਪਹਿਰ ਗੁਰਸਿੱਖਾਂ ਵਾਸਤੇ ਬੜਾ ਜਿਹੜਾ ਹੈ ਇਹ ਮਹਾਨਤਾ ਰੱਖਦਾ ਹੈ। ਦੂਜੇ ਪਾਸੇ ਅਸੀਂ ਇਹ ਵੀ ਗੱਲ ਕਹਿ ਸਕਦੇ ਹਾਂ, ਚੌਥੇ ਪਹਿਰ ਸੁਬਾਹ ਕੇ ਸੁਰਤੇ ਉਪਜੇ ਚਾਓ, ਤਿਨਾ ਦਰਿਆਵਾਂ ਸਿਓ ਦੋਸਤੀ, ਮਨ ਮੁਖ ਸੱਚਾ ਨਾਉ, ਉੱਥੇ ਅੰਮ੍ਰਿਤ ਵੰਡੀਐ ਕਰਮੀ ਹੋਏ ਪਸਾਓ, ਕੰਚਨ ਕਾਇਆ ਕਸੀਏ ਵੰਨੀ ਚੜੇ ਚੜਾਓ। ਇਹ ਪੱਕੀ ਗੱਲ ਹੈ ਕਿ ਜਦੋਂ ਜੀਵ ਵਿਹਾ ਅੰਮ੍ਰਿਤ ਵੇਲੇ ਪਰਮੇਸ਼ਰ ਦੇ ਦਰ ਤੇ ਆ ਕੇ ਅਰਦਾਸ ਕਰਦਾ ਹੈ ਤੇ ਪਰਮੇਸ਼ਰ ਗੁਰੂ ਨੂੰ ਹੁਕਮ ਕਰਦਾ, ਜਾਓ ਇਹਦੀ ਪਿਆਸ ਮਿਟਾਓ, ਇਹਦੇ ਹਿਰਦੇ ਦੀ ਸੇਜਾ ਤੇ ਜਾ ਕੇ ਵਾਸਾ ਕਰੋ। ਜਿਹੜਾ ਸ਼ਬਦ ਅਸੀਂ ਮਲਾਰਕੀ ਵਾਰ ਵਿੱਚ ਪੜ੍ਹਦੇ ਹਾਂ, ਬਵੀਹਾ ਅੰਮ੍ਰਿਤ ਵੇਲੇ ਬੋਲਿਆ, ਤਾਂ ਦਰ ਸੁਣੀ ਪੁਕਾਰ, ਮੇਘਿਆ ਨੂੰ ਫਰਮਾਨ ਹੋਵਾ, ਬਰਸੋ ਕਿਰਪਾ ਤਾਰ। ਗੁਰੂ ਮੇਘ ਨੂੰ ਹੁਕਮ ਹੋਇਆ ਵੀ ਇਹਦੀ ਹਿਰਦੇ ਦੀ ਜਿਹੜੀ ਤਪਸ਼ ਨੂੰ ਠੰਡਾ ਕਰ ਦੇ। ਹਿਰਦੇ ਦੀ ਤਪਸ਼ ਜਿਹੜੀ ਹੈ ਇਹਨੂੰ ਮਿਟਾਉਣ ਦੇ ਲਈ ਅੰਮ੍ਰਿਤ ਵੇਲਾ ਭਾਵ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਣਾ। ਹੁਣ ਇਹ ਬੰਦਾ ਉੱਠਦਾ ਪਵੇ, ਉੱਠ ਕੇ ਜੇ ਉਹ ਵਾਹਿਗੁਰੂ ਦੀ ਬੰਦਗੀ ਨਹੀਂ ਕਰਦਾ ਫਿਰ ਉਹ ਅੰਮ੍ਰਿਤ ਵੇਲਾ ਨਹੀਂ ਕਹਾ ਸਕਦਾ। ਅੰਮ੍ਰਿਤ ਵੇਲਾ ਹੈ ਵਾਹਿਗੁਰੂ ਦੀ ਬੰਦਗੀ ਨਾਲ ਜੁੜਿਆ ਹੋਇਆ।
ਤੇ ਜਦੋਂ ਇਹ ਨਿਯਮ ਪੱਕਾ ਹੋ ਜਾਏਗਾ, ਫਿਰ ਸਾਰੀ ਜ਼ਿੰਦਗੀ ਵਿੱਚ ਜਦੋਂ ਵੀ ਅਸੀਂ ਪਰਮੇਸ਼ਰ ਨੂੰ ਯਾਦ ਕਰਦੇ ਹਾਂ, ਸਾਰਾ ਜੀਵਨ ਸਾਡਾ ਅੰਮ੍ਰਿਤ ਵੇਲਾ ਹੈ। ਫਿਰ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਸਾਡੇ ਜੀਵਨ ਦੇ ਵਿੱਚ ਇਹ ਜਦੋਂ ਵੀ ਅਸੀਂ ਬੰਦਗੀ ਕਰ ਲਈਏ ਉਦੋਂ ਹੀ ਅੰਮ੍ਰਿਤ ਵੇਲਾ ਹੈ। ਪਰ ਇਹ ਪੱਕੇਗੀ ਤਾਂ ਜੇ ਅਸੀਂ ਗੁਰਬਾਣੀ ਦੇ ਪਹਿਰ ਰਾਤ ਰਹਿੰਦਿਆਂ ਵਾਲੇ ਅਸੂਲ ਦੇ ਉੱਤੇ, ਨਿਯਮ ਦੇ ਉੱਤੇ ਪੱਕੇ ਹੋਵਾਂਗੇ। ਜਦੋਂ ਇਹ ਪੱਕ ਜਾਏਗਾ, ਫਿਰ ਗੁਰੂ ਕਿਰਪਾ ਕਰੇ ਅੰਦਰ ਖੜਾਓ ਆ ਜਾਏਗਾ। ਤਾਂ ਸਿੱਖੀ ਜਿਹੜੀ ਹੈ ਇਹ ਕੇਵਲ ਗੱਲਾਂ ਨਾਲ ਨਹੀਂ ਕਮਾਈ ਜਾਂਦੀ। ਅਸੀਂ ਗੱਲਾਂ ਨਾਲ ਸਿੱਖੀ ਕਮਾਉਣਾ ਚਾਹੁੰਦੇ ਹਾਂ, ਸਾਡੇ ਜੀਵਨ ਦੇ ਅੰਦਰ ਇੱਕ ਕਮਜ਼ੋਰੀ ਆ ਗਈ ਤੇ ਅਸੀਂ ਗੱਲਾਂ ਦੇ ਨਾਲ ਜਿਹੜਾ ਹੈ ਉਹ ਕਮਾਉਣਾ ਚਾਹੁੰਦੇ ਹਾਂ। ਅਸਲ ਵਿੱਚ ਸਿੱਖੀ ਜਿਹੜੀ ਹੈ ਪ੍ਰੈਕਟੀਕਲ ਜੀਵਨ ਦਾ ਨਾਂ ਹੈ। ਇਹਦੇ ਲਈ ਮਿਹਨਤ ਦੀ ਲੋੜ ਪੈਂਦੀ ਹੈ, ਆਪਣਾ ਆਪ ਗਵਾਇਆ ਜਾਂਦਾ ਹੈ, ਆਪਣਾ ਆਪ ਗਵਾ ਕੇ ਹੀ ਕੁਝ ਪ੍ਰਾਪਤ ਕੀਤਾ ਜਾਂਦਾ ਹੈ। ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਿਸਤਾਰ ਦੇ ਨਾਲ, ਬੜੇ ਸੱਜੇ ਢੰਗ ਦੇ ਨਾਲ ਗੁਰਬਾਣੀ ਦੇ ਕਈ ਪ੍ਰਮਾਣ ਦੇ ਕਰਕੇ ਵੀਰ ਹਰਜੀਤ ਸਿੰਘ ਜੀ ਨੇ ਸਾਨੂੰ ਸਮਝਾਇਆ ਹੈ ਕਿ ਅੰਮ੍ਰਿਤ ਵੇਲਾ ਉਹ ਸਮਾਂ ਹੈ ਜਿਸ ਵੇਲੇ ਸਾਡਾ ਮਨ ਬਿਰਤੀਆਂ ਜਿਹੜੀਆਂ ਹਨ ਸੰਸਾਰਕ ਝਮੇਲਿਆਂ ਦੇ ਵਿੱਚ ਨਹੀਂ ਰੁੱਝੀਆਂ ਹੁੰਦੀਆਂ, ਔਰ ਉਸ ਵੇਲੇ ਸਾਡਾ ਫੋਕਸ ਜਿਹੜਾ ਹੈ ਉਹ ਬੜਾ ਹੀ ਵਧੀਆ ਹੋ ਸਕਦਾ ਹੈ। ਅਸੀਂ ਕੁਝ ਵੀ ਸਟੱਡੀ ਕਰਨਾ ਹੋਵੇ, ਗੁਰਬਾਣੀ ਦੀ ਵਿਚਾਰ ਕਰਨੀ ਹੋਵੇ, ਗੁਰਬਾਣੀ ਦੇ ਗਾਇਨ ਕਰਨਾ ਹੋਵੇ ਔਰ ਗੁਰੂ ਦੀ ਵਡਿਆਈਆਂ ਕਰਨੀਆਂ ਹੋਣ, ਤਾਂ ਉਸ ਤੋਂ ਵਧੀਆ ਹੋਰ ਕੋਈ ਸਮਾਂ ਨਹੀਂ ਹੈ। ਹਾਂ, ਬਾਣੀ ਪੜ੍ਹਨੀ, ਬਾਣੀ ਚੋਂ ਰਸ ਲੈਣਾ ਜਿਹੜਾ ਹੈ ਉਹ ਕਿਸੇ ਵੇਲੇ ਵੀ ਅਸੀਂ ਲੈ ਸਕਦੇ ਹਾਂ, ਲੇਕਿਨ ਜਿਹੜੇ ਸਮੇਂ 'ਚ ਤੁਹਾਡੀ ਇਕਾਗਰਤਾ ਨਹੀਂ ਹੈ ਤੇ ਬਾਣੀ ਪੜ੍ਹੀ ਔਰ ਸੁਣੀ ਦਾ ਵੀ ਕੋਈ ਜ਼ਿਆਦਾ ਲਾਭ ਨਹੀਂ ਹੋਏਗਾ। ਜ਼ਿਆਦਾ ਲਾਭ ਤਾਂ ਹੀ ਹੋਏਗਾ ਜਦੋਂ ਅਸੀਂ ਕਈ ਵਾਰੀ ਦੇਖੋ ਅਸੀਂ ਗੱਲ ਕਰਦੇ ਹਾਂ, ਕੋਈ ਸਾਡੇ ਨਾਲ ਗੱਲ ਕਰ ਰਿਹਾ ਹੋਵੇ ਤੇ ਅਸੀਂ ਉਹਨੂੰ ਕਹਿਣਾ ਵੀਰ ਜੀ ਦੁਬਾਰਾ ਬੋਲਣਾ, ਸਾਨੂੰ ਸਮਝ ਨਹੀਂ ਆਈ, ਇੱਕ ਵਾਰੀ ਦੁਬਾਰਾ ਰਿਪੀਟ ਕਰ। ਇਸ ਕਰਕੇ ਕਈ ਵਾਰੀ ਜਪਜੀ ਸਾਹਿਬ ਦਾ ਪਾਠ ਕਰਦਿਆਂ ਬੰਦਾ ਰਹਿਰਾਸ ਵਾਲੀ ਪੌੜੀਆਂ ਤੇ ਪਹੁੰਚ ਜਾਂਦਾ। ਤੋ ਇਹ ਇਕਾਗਰਤਾ ਦੀ ਲੈਕ ਆਫ ਕੰਸੈਂਟਰੇਸ਼ਨ ਹੈ। ਤੋ ਲੈਕ ਆਫ ਕੰਸੈਂਟਰੇਸ਼ਨ ਨੂੰ ਦੂਰ ਕਰਨ ਦਾ ਇੱਕੋ ਇੱਕ ਤਰੀਕਾ ਹੈ ਕਿ ਉਸ ਸਮੇਂ ਉੱਠਿਆ ਜਾਏ, ਜਿਸ ਨੂੰ ਅੰਮ੍ਰਿਤ ਵੇਲਾ ਕਿਹਾ ਜਾਂਦਾ ਹੈ। ਪੈਰ ਰਾਤ ਰਹੇ ਔਰ ਜੋ ਬਾਣੀ ਦੇ ਵਿੱਚ ਗੁਰਬਾਣੀ ਸਾਨੂੰ ਪ੍ਰਮਾਣ ਹਦਾਇਤਾਂ ਦਿੱਤੀਆਂ ਗਈਆਂ ਹਨ, ਜਿਸ ਦਾ ਕਾਫੀ ਵਿਸਤਾਰ ਨਾਲ ਵੀਰ ਜੀ ਨੇ ਸਾਨੂੰ ਸਮਝਾਇਆ ਹੈ, ਉਸ ਵੇਲੇ ਉੱਠ ਕਰਕੇ ਜਿਵੇਂ ਜਪਜੀ ਸਾਹਿਬ ਜੀ ਕਿਹਾ ਹੈ ਕਿ ਅੰਮ੍ਰਿਤ ਵੇਲਾ ਸੱਚ ਨਾਮ, ਪਰਮਾਤਮਾ ਦੇ ਸੱਚੇ ਨਾਮ ਦੇ ਨਾਲ ਜੁੜਨਾ ਹੈ, ਵਡਿਆਈਆਂ ਦੀ ਵਿਚਾਰ ਕਰਨੀ ਹੈ। ਇਹ ਮੁੱਖ ਪ੍ਰਯੋਜਨ ਹੈ ਉਸ ਅੰਮ੍ਰਿਤ ਵੇਲੇ ਉੱਠਣ ਦਾ। ਔਰ ਅਗਰ ਸਵੇਰੇ ਪੈਰ ਰਾਤ ਰਹੇ, ਉੱਠੇ ਵੀ ਸਹੀ, ਲੇਕਿਨ ਉਸ ਪਰਮਾਤਮਾ ਦੇ ਨਾਲ ਜੁੜੇ ਨਹੀਂ, ਉਹਦੀ ਸਿਫਤ ਸਲਾਹ ਨਾਲ ਨਹੀਂ ਜੁੜੇ, ਤੇ ਫਿਰ ਉਸ ਅੰਮ੍ਰਿਤ ਵੇਲੇ ਦਾ ਅਸੀਂ ਕੋਈ ਸਾਧਕ ਪ੍ਰਯੋਗ ਨਹੀਂ ਕਰਾਂਗੇ। तो बहुत बहुत धन्यवाद वीर हरजीत सिंह जी, आप जी ने बड़े विस्तार नाल और विद्वता दे नाल सानू इस गल नूं समझाया है। और कोई डाउट नहीं रहना चाहिए, ये साडियां कमजोरियां हो सकदियां हन कि असी उस अमृत वेले नूं नहीं असी अवेल कर सके, या उस वेले उठ करके असी प्रभु की सिफत सलाह नाल नहीं जुड़ सके। तो मैनूं आस है कि अज दी इस विचार तो बाद जिहड़े भी वीरां भैणां ने सवाल मन दे विच शंके उपजदे हन, वो शंके सारे निवृत्त हो गए होणगे। बहुत बहुत धन्यवाद वीर हरजीत सिंह जी। तो अगला समा जिवें है साडे कोल 11-12 मिनट का समा है, तो मैं बेनती करांगा कि एक शब्द की पंक्ति है, सिर राग महला पहला अष्टपदियां 60 अंक के उपर श्री गुरु ग्रंथ साहिब दे विच हन। उहदे च एक पंक्ति है कि करम मिलै सो पाईऐ, किरत पया सिर दे। तो सवालकर्ता ने यह सवाल पूछा है कि ये जो कर्म है, और फिर इस सारे विचार दे विच उस कर्म फिलासफी जिहड़ी है वो कर्म फिलासफी नाल दा तल्लक है या इस दे कोई होर अर्थ हैं। तो मैं बेनती करांगा वीर MP सिंह जी नूं कि सानू ये विस्तार नाल समझाउण कि इस पंक्ति दा असल भाव की है जो इहदे अंदर कर्म जो लफ्ज आया है। तो वीर MP सिंह जी। वाहिगुरू जी का खालसा, वाहिगुरू जी की फतेह। सो विचार अधीन जो पंक्ति है वो श्री राग महला पहला दा जो एक शब्द है अष्टपदी है, और एक्चुअल ਉਹਦੇ ਪਦੇ वैसे 10 ਹਨ। सिरलेख श्री राग महला पहला है, उसकी जो राहो की पंक्ति है वो है मन रे क्यों छूटै बिन प्यार, गुरमुख अंतर रव रहा बख्शे भगत भंडार। जिस पंक्ति के बारे सवाल है वो इसे शब्द का तीसरा पदा है, जिसकी
ਪੰਕਤੀਆਂ ਇਸ ਤਰ੍ਹਾਂ ਹਨ ਕਿ ਰੇ ਮਨ ਐਸੀ ਹਰਸ਼ੋਂ ਪ੍ਰੀਤ ਕਰ ਜੈਸੀ ਚਾਤ੍ਰਿਕ ਮੇਹ ਸਰ ਭਰ ਥਲ ਹਰੀਆਵਲੇ ਇੱਕ ਬੂੰਦ ਨਾ ਪਵਈ ਕੇ ਕਰਮ ਮਿਲੈ ਸੋ ਪਾਈਐ ਕਿਰਤ ਪਿਆ ਸਿਰ ਦੇ। ਤਾਂ ਜਿਵੇਂ ਕਿ ਅਸੀਂ ਹਮੇਸ਼ਾ ਹੀ ਇਸ ਗੱਲ ਦੇ ਉੱਤੇ ਜ਼ੋਰ ਦਿੰਦੇ ਹਾਂ ਕਿ ਵੀ ਇੱਕ ਦੋ ਪੰਕਤੀਆਂ ਦੇ ਅਰਥ ਵੱਖਰੇ ਤੌਰ ਦੇ ਉੱਤੇ ਕਰਨ ਦੀ ਬਜਾਏ ਉਹਨਾਂ ਨੂੰ ਸ਼ਬਦ ਦੇ ਕੇਂਦਰੀ ਭਾਵ ਦੇ ਨਾਲ ਜੋੜ ਕੇ ਤੇ ਪੂਰੇ ਸ਼ਬਦ ਨੂੰ ਧਿਆਨ 'ਚ ਰੱਖ ਕੇ ਹੀ ਅਰਥ ਕਰਨੇ ਚਾਹੀਦੇ ਹਨ। ਤਾਂ ਆਓ ਪਹਿਲਾਂ ਇਸ ਦੇ ਰਾਹੋਂ ਦੇ ਬੰਦ ਦੀ ਜੋ ਵਿਚਾਰ ਹੈ ਉਸ ਨੂੰ ਆਪਣੇ ਮਨ 'ਚ ਬਿਠਾ ਲਈਏ। ਗੁਰੂ ਸਾਹਿਬ ਮਨ ਨੂੰ ਸੰਬੋਧਨ ਕਰਦਿਆਂ ਹੋਇਆ ਕਹਿੰਦੇ ਹਨ ਕਿ हे ਮੇਰੇ ਮਨ ਕਿਉਂ ਛੁੱਟਾ ਬਿਨ ਪਿਆਰ, ਕਿ ਪ੍ਰਭੂ ਦੇ ਨਾਲ ਪਿਆਰ ਪਾਉਣ ਤੋਂ ਬਿਨਾ ਤੂੰ ਮਾਇਆ ਦੇ ਵਿਕਾਰਾਂ ਦੀ ਪਕੜ ਤੋਂ ਛੁਟਕਾਰਾ ਨਹੀਂ ਪਾ ਸਕਦਾ, ਤੇਰੀ ਖਲਾਸੀ ਨਹੀਂ ਹੋ ਸਕਦੀ। ਛੁੱਟਣਾ ਭਾਵ ਉਹ ਚੀਜ਼ ਜਿਹੜੀ ਇਨਸਾਨ ਨੂੰ ਬੰਨ ਲੈਂਦੀ ਹੈ, ਕਾਬੂ ਕਰ ਲੈਂਦੀ ਹੈ। ਇਹ ਇਸ਼ਾਰਾ ਮਾਇਆ ਵੱਲ, ਮਾਇਆ ਦੇ ਵਿਕਾਰਾਂ ਵੱਲ ਹੀ ਹੈ, ਮਾਇਆ ਦੇ ਰਸਾਂ ਵੱਲ ਇਸ਼ਾਰਾ ਹੈ। ਤਾਂ ਬਿਨਾਂ ਪ੍ਰਭੂ ਦੇ ਨਾਲ ਪਿਆਰ ਪਾਇਆ ਇਹ ਸਾਡਾ ਮਨ ਮਾਇਆ ਦੇ ਹੱਲਿਆਂ ਤੋਂ, ਮਾਇਆ ਦੇ ਬੰਧਨਾਂ ਤੋਂ ਛੁਟਕਾਰਾ ਨਹੀਂ ਪਾ ਸਕਦਾ। ਤੇ ਤਰੀਕਾ ਵੀ ਅਗਲੀ ਪੰਕਤੀ ਰਾਹੋਂ ਦੇ ਵਿੱਚ ਗੁਰੂ ਸਾਹਿਬ ਨੇ ਸਮਝਾ ਦਿੱਤਾ ਹੈ ਕਿ ਗੁਰਮੁਖ ਅੰਤਰ ਰਵ ਰਿਹਾ ਬਖਸ਼ੇ ਭਗਤ ਭੰਡਾਰ। ਕਿ ਪਰ ਇਹ ਪਿਆਰ ਪਾਉਣਾ ਤੇ ਹੈ ਪ੍ਰਭੂ ਦੇ ਨਾਲ। ਹੁਣ ਪ੍ਰਭੂ ਦੇ ਨਾਲ ਪਿਆਰ ਪਵੇ ਕਿਵੇਂ, ਇਹ ਤਾਂ ਸਾਰੇ ਅਸੀਂ ਸਮਝਦੇ ਜਾਣਦੇ ਹਾਂ ਕਿ ਕਈ ਜ਼ਬਰਦਸਤੀ ਨਾਲ ਵੀ ਪਿਆਰ ਪਾਉਣਾ ਕੋਈ ਸੌਖੀ ਖੇਡ ਨਹੀਂ ਹੁੰਦੀ। ਜਦ ਤੱਕ ਕੋਈ ਅੰਦਰੋਂ ਭਾਵ ਪੈਦਾ ਨਾ ਹੋ, ਚਾਹੇ ਉਹ ਕੋਈ ਦੁਨਿਆਵੀ ਰਿਸ਼ਤਾ ਹੀ ਕਿਉਂ ਨਾ ਹੋਵੇ, ਜੇ ਮਜਬੂਰੀ ਵਿੱਚ ਸਾਨੂੰ ਕੋਈ ਆਖੇ ਵੀ ਤੈਨੂੰ ਇਹ ਫਲਾਣੇ ਚੀਜ਼ ਨਾਲ, ਫਲਾਣੇ ਬੰਦੇ ਨਾਲ ਪਿਆਰ ਕਰਨਾ ਹੀ ਪਏਗਾ, ਤਾਂ ਉਹ ਵੀ ਜੇ ਅੰਦਰ ਸਾਡੇ ਭਾਵਨਾ ਨਾ ਹੋਵੇ ਤੇ ਅਸੀਂ ਕਿਸੇ ਦੂਜੇ ਬੰਦੇ ਨਾਲ ਵੀ ਪਿਆਰ ਨਹੀਂ ਪਾ ਸਕਦੇ। ਪਰ ਇੱਥੇ ਗੱਲ ਹੋ ਰਹੀ ਹੈ ਪ੍ਰਭੂ ਦੇ ਨਾਲ ਪਿਆਰ ਪਾਉਣ ਦੀ, ਤੇ ਜਦ ਤੱਕ ਮਨ ਦੇ ਅੰਦਰ ਉਹ ਪਿਆਰ ਦੀ ਭਾਵਨਾ ਨਾ ਉਪਜੇ, ਉਹ ਪਿਆਰ ਪਵੇ ਕਿਵੇਂ, ਤੇ ਪਿਆਰ ਨਾ ਪਵੇ ਤੇ ਮਾਇਆ ਤੋਂ ਛੁਟਕਾਰਾ ਕਿਵੇਂ ਹੋਏ। ਤਾਂ ਉਹਦੀ ਜੋ ਤਰੀਕਾ ਹੈ, ਉਹਦਾ ਜੋ ਤਰਕੀਬ ਹੈ, ਉਹ ਹੈ ਗੁਰਮੁਖ ਅੰਤਰ ਰਵ ਰਿਹਾ। ਗੁਰਮੁਖ ਤੋਂ ਭਾਵ ਹੈ ਗੁਰੂ ਦੇ ਸਨਮੁਖ ਹੋ ਕੇ। ਗੁਰੂ ਦੇ ਸਨਮੁਖ ਹੋਣ ਬਾਰੇ ਹਮੇਸ਼ਾ ਗੁਰਬਾਣੀ ਵਿੱਚ ਅਨੇਕਾਂ ਵਾਰੀ ਇਹ ਗੱਲ ਆਉਂਦੀ। ਗੁਰਮੁਖ ਲਫ਼ਜ਼ ਤਾਂ ਬਹੁਤ ਹੀ ਵਾਰੀ ਆਉਂਦਾ ਹੈ। ਉਹਦਾ ਭਾਵ ਇਹ ਹੈ ਕਿ ਗੁਰੂ ਦੇ ਸਨਮੁਖ ਹੋ ਗਏ। ਸਨਮੁਖ ਹੋਣ ਤੋਂ ਭਾਵ ਹੈ ਕਿ ਗੁਰੂ ਦੀ ਦਿੱਤੀ ਹੋਈ ਸਿੱਖਿਆ ਨੂੰ ਸੁਣ ਕੇ ਮੰਨ ਲੈਣਾ ਤੇ ਅਪਣਾ ਲੈਣਾ। ਸੋ ਉਹ ਇਸ ਕਰਕੇ ਇਹ ਗੱਲ ਬਾਰ-ਬਾਰ ਦੁਹਰਾਈ ਜਾਂਦੀ ਹੈ ਕਿਉਂਕਿ ਗੁਰੂ ਆਪ ਪ੍ਰਭੂ ਦੇ ਪਿਆਰ ਦੇ ਵਿੱਚ ਰੰਗਿਆ ਹੋਇਆ ਹੈ। ਗੁਰੂ ਔਰ ਪਰਮੇਸ਼ਰ 'ਚ ਕੋਈ ਭੇਦ ਨਹੀਂ ਹੈ। ਉਹ ਪਿਆਰ ਇੰਨਾ ਡੂੰਘਾ ਹੈ ਗੁਰੂ ਦਾ ਤੇ ਪ੍ਰਭੂ ਦਾ ਕਿ ਗੁਰੂ ਔਰ ਪਰਮੇਸ਼ਰ, ਗੁਰੂ ਔਰ ਪ੍ਰਭੂ ਦੇ ਵਿੱਚ ਕੋਈ ਭੇਦ ਹੀ ਨਹੀਂ ਹੈ। ਤਾਂ ਇਸ ਲਈ ਜੇ ਪ੍ਰਭੂ ਨਾਲ ਪਿਆਰ ਪਾਉਣਾ ਹੈ ਤਾਂ ਗੁਰੂ ਦੇ ਸਨਮੁਖ ਹੋਣਾ ਹੀ ਪਵੇਗਾ। ਤਾਂ ਗੁਰੂ ਦੇ ਸ਼ਰਨ ਵਿੱਚ ਪੈ ਕੇ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੇ ਅੰਦਰ ਪਰਮਾਤਮਾ ਦੇ ਨਾਲ ਪ੍ਰੀਤ ਪੈ ਜਾਂਦੀ ਹੈ ਤੇ ਉਹ ਹਰ ਵਕਤ ਉਹਦੇ ਹੀ ਪਿਆਰ ਦੇ ਵਿੱਚ ਫਿਰ ਜੁੜੇ ਰਹਿੰਦੇ ਹਨ। ਔਰ ਇਹ ਬਖਸ਼ਿਸ਼, ਇਹ ਭਗਤੀ ਦਾ ਭੰਡਾਰ ਪ੍ਰਭੂ ਆਪ ਹੀ ਕਰਦਾ ਹੈ। ਕਿਉਂਕਿ ਇਹ ਗੱਲ ਵੀ ਗੁਰਬਾਣੀ 'ਚ ਬਾਰ-ਬਾਰ ਦੁਹਰਾਈ ਗਈ ਹੈ ਕਿ ਜਦ ਤੱਕ ਪ੍ਰਭੂ ਦੀ ਬਖਸ਼ਿਸ਼ ਨਾ ਹੋਵੇ ਸੱਚੇ ਗੁਰੂ ਨਾਲ ਮਿਲਾਪ ਵੀ ਨਹੀਂ ਹੁੰਦਾ। ਤੇ ਕਈ ਵਾਰੀ ਐਸਾ ਵੀ ਹੈ, ਜਿਵੇਂ ਕਿ ਹੁਣੇ ਸਰੀਰਕ ਦਰਸ਼ਨ ਔਰ ਗਿਆਨ ਦੀ ਗੱਲ ਚੱਲ ਰਹੀ ਸੀ ਸਵਾਲ ਦੇ ਅੰਦਰ, ਤਾਂ ਗੁਰੂ ਦੇ ਫਿਜ਼ੀਕਲ ਪ੍ਰੋਕਸੀਮਿਟੀ ਵਿੱਚ ਰਿਹਾ, ਗੁਰੂ ਦੇ ਸਰੀਰਕ ਤੌਰ ਦੇ ਉੱਤੇ ਨੇੜੇ ਹੋਣ ਦੇ ਬਾਵਜੂਦ ਵੀ ਗੁਰੂ ਦੀ ਸਿੱਖਿਆ ਇਨਸਾਨ ਅਪਣਾਉਂਦਾ ਨਹੀਂ ਹੈ, ਸਿਧਾਂਤਾਂ ਨਾਲ ਪਿਆਰ ਨਹੀਂ ਪਾਉਂਦਾ ਜਦ ਤੱਕ ਪ੍ਰਭੂ ਦੀ ਬਖਸ਼ਿਸ਼ ਨਾ ਹੋਵੇ। ਤਾਂ ਇਹ ਰਾਹੋਂ ਦੇ ਬੰਦ ਦੇ ਵਿੱਚ ਜੋ ਮੇਨ ਜੋ ਸੁਨੇਹਾ ਹੈ, ਜੋ ਸਿੱਖਿਆ ਹੈ ਕਿ ਮਨ ਵਿਕਾਰਾਂ ਤੋਂ, ਮਾਇਆ ਦੇ ਖਲਾਸੀ ਨਹੀਂ ਪਾ ਸਕਦਾ ਪ੍ਰਭੂ ਦੇ ਪਿਆਰ ਤੋਂ ਬਿਨਾਂ, ਤੇ ਪ੍ਰਭੂ ਦੇ ਨਾਲ ਪਿਆਰ ਪਾਉਣਾ ਹੈ ਤਾਂ ਗੁਰੂ ਦੇ ਸਨਮੁਖ ਹੋ ਕੇ ਹੀ ਪ੍ਰਭੂ ਦੀ ਕਿਰਪਾ ਸਦਕਾ ਇਹ ਪਿਆਰ ਪਾਇਆ ਜਾ ਸਕਦਾ ਹੈ। ਤੇ ਹੁਣ ਅਸੀਂ ਉਸ ਪਤੇ ਦੀ ਗੱਲ ਕਰਦੇ ਹਾਂ ਜਿਹਦੇ ਵਿੱਚੋਂ ਇਹ ਪੰਕਤੀ ਦੇ ਬਾਰੇ ਸਵਾਲ ਪੁੱਛਿਆ ਗਿਆ ਹੈ। ਤਾਂ ਉਹਦੇ ਵਿੱਚ ਹੁਣ ਗੁਰੂ ਸਾਹਿਬ ਨੇ ਮਿਸਾਲ ਦੇ ਕੇ ਸਾਨੂੰ ਪ੍ਰੇਰਨਾ ਕੀਤੀ ਹੈ ਕਿ ਭਈ ਪਿਆਰ ਕਿਸ ਤਰ੍ਹਾਂ ਦਾ ਪਾਉਣਾ ਹੈ ਪ੍ਰਭੂ ਦੇ ਨਾਲ। ਤਾਂ ਗੁਰੂ ਸਾਹਿਬ ਕਹਿੰਦੇ ਹਨ ਕਿ ਰੇ ਮਨ ਐਸੀ ਹਰਸ਼ੋ ਪ੍ਰੀਤ ਕਰ ਜੈਸੀ ਚਾਤ੍ਰਿਕ ਮੇਹ। ਚਾਤ੍ਰਿਕ ਪਪੀਹੇ ਨੂੰ ਕਿਹਾ ਜਾਂਦਾ ਹੈ। ਇਹ ਅਸੀਂ ਸਭ ਨੇ ਸੁਣਿਆ ਹੋਇਆ ਹੈ ਕਿ ਪਪੀਹੇ ਦਾ ਪਿਆਰ ਜਿਹੜਾ ਸਿੱਧੀ ਬਾਰਿਸ਼ ਪੈਂਦੀ ਹੈ ਉਸ ਬੂੰਦ ਦੇ ਨਾਲ, ਜਿਹਨੂੰ ਸਵੰਤੀ ਬੂੰਦ ਵੀ ਕਿਹਾ ਜਾਂਦਾ ਹੈ, ਉਹਦੇ ਨਾਲ ਹੁੰਦਾ ਹੈ। ਤੇ ਗੁਰੂ ਸਾਹਿਬ ਨੇ ਵੀ ਉਸੇ ਤਰ੍ਹਾਂ ਦੀ ਹੀ ਗੱਲ ਕੀਤੀ ਹੈ ਇਹਨਾਂ ਪੰਕਤੀਆਂ ਵਿੱਚ ਕਿ ਜਿਵੇਂ ਦੀ
ਪਪੀਹੇ ਦੀ ਚਾਤਰਿਕ ਦੀ ਬਾਰਿਸ਼ ਦੇ ਨਾਲ ਪ੍ਰੀਤ ਹੈ। हे ਮੇਰੇ ਮਨ ਤੂੰ ਵੀ ਐਸੀ ਹੀ ਪ੍ਰਭੂ ਦੇ ਨਾਲ ਪ੍ਰੀਤ ਪਾ। ਰੇ ਮਨ ਐਸੀ ਹਰਸਿਓ ਪ੍ਰੀਤ ਕਰ, ਹਰੀ ਦੇ ਨਾਲ ਐਸੀ ਪ੍ਰੀਤ ਕਰ ਜੈਸੀ ਚਾਤਰਿਕ ਮੇ ਜਿਉ ਜਈ ਪਪੀਹੇ ਦੀ ਮੀਂਹ ਦੇ ਨਾਲ ਬਾਰਿਸ਼ ਦੇ ਨਾਲ ਪ੍ਰੀਤ ਹੈ। ਫਿਰ ਅਗਲੀ ਗੱਲ 'ਚ ਇੱਕ ਹੋਰ ਸਪਸ਼ਟ ਕਰ ਦਿੰਦੇ ਨੇ ਅਗਲੀ ਪੰਕਤੀ 'ਚ ਕਿ ਸਰ ਪਰ ਥਲ ਹਰੀਆਵਲੇ ਇੱਕ ਬੂੰਦ ਨਾ ਪਵੇ ਕਿ। ਉਹ ਕਹਿੰਦੇ ਹਨ ਕਿ ਭਾਵੇਂ ਪਪੀਹੇ ਦੇ ਆਲੇ ਦੁਆਲੇ ਸਰੋਵਰ ਤੇ ਹੋਰ ਧਰਤੀ ਸਾਰੀ ਭਰੀ ਹੁੰਦੀ ਹੈ, ਧਰਤੀ ਸਾਰੀ ਪਾਣੀ ਵਰਸਣ ਨਾਲ ਹਰਿਆਵਲੀ ਹੋਈ ਹੁੰਦੀ ਹੈ, ਪਰ ਜੇ ਉਹ ਸਵੰਤੀ ਬੂੰਦ ਉਸ ਪਪੀਹੇ ਦੇ ਮੂੰਹ 'ਚ ਨਾ ਪਵੇ ਤਾਂ ਉਹਨੂੰ ਹੋਰ ਕਿਸੇ ਚੀਜ਼ ਦੀ ਕੋਈ ਪਰਵਾਹ ਨਹੀਂ ਹੈ, ਕਿਸੇ ਚੀਜ਼ ਨਾਲ ਤਲਕ ਨਹੀਂ ਆਉਂਦੀ। ਉਹ ਵਿਚਾਰਾ ਪ੍ਰਯੋਗ ਕਰਦਾ ਹੀ ਰਹਿੰਦਾ ਹੈ। ਜਦ ਤੱਕ ਉਹਨੂੰ ਉਹ ਸਵੰਤੀ ਬੂੰਦ ਪ੍ਰਾਪਤ ਨਹੀਂ ਹੁੰਦੀ ਤਦ ਤੱਕ ਉਹਦੀ ਇਹ ਜੋ ਤੜਪ ਹੈ, ਉਹਦੀ ਮੰਗ ਹੈ, ਉਹ ਚਲਦੀ ਰਹਿੰਦੀ ਹੈ। ਭਾਵੇਂ ਆਸੇ ਪਾਸੇ ਸਭ ਸਰੋਵਰ ਭਰ ਜਾਣ, ਧਰਤੀ ਹਰਿਆਵਲੀ ਹੋ ਜਾਵੇ, ਪੇੜ ਪੌਦੇ ਸਭ ਹਰੇ ਭਰੇ ਹੋ ਜਾਣ, ਉਹਨੂੰ ਇਹਦੇ ਨਾਲ ਕੋਈ ਤਲਕ ਨਹੀਂ ਹੈ। ਉਹਨੂੰ ਤਲਕ ਹੈ ਕਿ ਡਾਇਰੈਕਟ ਉਹਦੇ ਮੂੰਹ 'ਚ ਉਹ ਮੀਂਹ ਦੀ ਬੂੰਦ, ਸਵੰਤੀ ਬੂੰਦ ਪੈਣੀ ਚਾਹੀਦੀ ਹੈ। ਤੇ ਫਿਰ ਉਹਨੂੰ ਇਹ ਸਾਰੇ ਪਾਣੀ ਜਿਹੜੇ ਹਨ ਉਹਨਾਂ ਨਾਲ ਕੋਈ ਤਲਕ ਨਹੀਂ ਹੈ। ਉਹ ਬੂੰਦ ਪੈ ਜਾਵੇ ਤੇ ਉਹਦੀ ਤਸੱਲੀ ਹੋ ਜਾਂਦੀ ਹੈ। ਹੁਣ ਇਹ ਬੂੰਦ ਪੈਣੀ ਜਿਹੜੀ ਹੈ, ਇਹ ਮਾਨੋ ਉਹਦੇ ਉੱਤੇ ਇੱਕ ਬਖਸ਼ਿਸ਼ ਹੋ ਜਾਂਦੀ ਹੈ ਪ੍ਰਭੂ ਦੀ, ਕਿ ਉਹਨੂੰ ਇਹ ਬੂੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਨਹੀਂ ਤਾਂ ਆਲੇ ਦੁਆਲੇ ਤਾਂ ਪਾਣੀ ਦੇ ਅਨੇਕਾਂ ਸੋਰਸ ਹੋਰ ਹੈਗੇ ਹਨ, ਉਹਨਾਂ ਦੇ ਨਾਲ ਉਸ ਪਪੀਹੇ ਦੀ ਤਸੱਲੀ ਹੁੰਦੀ ਨਹੀਂ ਹੈ, ਉਹਦੀ ਤ੍ਰਿਸ਼ਨਾ, ਉਹਦੀ ਪਿਆਸ ਮਿਟਦੀ ਨਹੀਂ ਹੈ। ਤਾਂ ਇਹ ਜੋ ਇੱਕ ਸਵੰਤੀ ਬੂੰਦ ਪਪੀਹੇ ਨੂੰ ਪ੍ਰਾਪਤ ਹੁੰਦੀ ਹੈ, ਇਹ ਇੱਕ ਪ੍ਰਭੂ ਦੀ ਬਖਸ਼ਿਸ਼ ਦਾ ਇੱਕ ਤਰੀਕੇ ਦਾ ਇੱਕ ਆਈਕਨ ਹੈ, ਇੱਕ ਇਸ਼ਾਰਾ ਹੈ, ਸੁਨੇਹਾ ਹੈ। तो उसे कंटेक्स्ट में अगली पंक्ति गुरु साहब कहते हैं कि करम मिला सो पाईए किरत पया सिर दे। कहते हैं कि वैसे तो नॉर्मल कोर्स की है कि पपीहा पानी जड़े आले दुआले होंगे ने उन्होंने विचों कुछ भी हासिल नहीं कर सकता। इवें ही आम दुनियादार इंसान भी वो अपने पूर्वले कमाए हुए कर्मां दे संस्कारां दे अनुसार ही जिंदगी गुजारी जाता है। किरत पिया सिर दे, किरत पिया तो भाव है कि पुराने कीते हुए ਕੰਮਾਂ ਦੇ ਅਸਰ ਦੇ ਹੇਠਾਂ ਜਿਹੜੇ ਪੁਰਾਣੇ ਉਹਦੇ ਸੰਸਕਾਰ ਹਨ, ਜੋ ਉਹਦੇ ਮਨ ਦੇ ਉੱਤੇ ਪੁਰਾਣੇ ਸੰਸਕਾਰਾਂ ਦਾ ਅਸਰ ਉਕਰਿਆ ਹੋਇਆ ਹੈ, ਉਹਨਾਂ ਦੇ ਮੁਤਾਬਕ ਹੀ ਉਹ ਆਪਣੇ ਸਿਰ ਤੇ ਉਹਦਾ ਭਾਰ ਚੱਲਦਾ ਹੈ, ਆਪਣੀ ਦੇਹ ਦੇ ਉੱਤੇ, ਸਰੀਰ ਦੇ ਉੱਤੇ ਵੀ ਉਹਦੇ ਮੁਤਾਬਕ ਹੀ ਉਸ ਦੇਹ ਨੂੰ ਚਲਾਈ ਜਾਂਦਾ ਹੈ। ਇਹ ਨਾਰਮਲ ਕੋਰਸ ਹੈ। ਪਰ ਕਰਮ ਮਿਲੇ ਸੋ ਪਾਈਏ, ਕਰਮ ਦਾ ਭਾਵ ਹੈ ਬਖਸ਼ਿਸ਼। ਜੇ ਪ੍ਰਭੂ ਦੀ ਬਖਸ਼ਿਸ਼ ਹੋ ਜਾਏ ਤਾਂ ਉਸ ਪ੍ਰਭੂ ਨੂੰ ਤੇ ਪਿਆਰ ਨੂੰ ਪਾਇਆ ਜਾ ਸਕਦਾ ਹੈ। ਪ੍ਰਭੂ ਦੇ ਨਾਲ ਪਿਆਰ ਤਾਂ ਹੀ ਪੈਂਦਾ ਹੈ ਜੇ ਪ੍ਰਭੂ ਆਪ ਬਖਸ਼ਿਸ਼ ਕਰਕੇ ਐਸੀ ਵਿਧ ਬਣਾ ਦੇਵੇ ਕਿ ਗੁਰੂ ਦੀ ਸੰਗਤ ਮਿਲ ਜਾਵੇ ਤੇ ਗੁਰੂ ਦੀ ਸਿੱਖਿਆ ਦੁਆਰਾ ਪ੍ਰਭੂ ਪਿਆਰ ਦੇ ਵਿੱਚ ਇਨਸਾਨ ਜੁੜ ਸਕਦਾ ਹੈ। ਤਾਂ ਕਰਮ ਮਿਲੇ ਸੋ ਪਾਈਏ ਤੋਂ ਭਾਵ ਹੈ ਕਿ ਇਹ ਪ੍ਰਭੂ ਦੀ ਆਪਣੀ ਮਿਹਰ ਦੇ ਨਾਲ ਹੀ ਪਰਮਾਤਮਾ ਵਿਧ ਬਣਾ ਦਿੰਦਾ ਹੈ ਕਿ ਉਹ ਆਪਣਾ ਪਿਆਰ ਦੀ ਬਖਸ਼ਿਸ਼, ਪਿਆਰ ਦੀ ਦਾਤ ਜੀਵ ਨੂੰ ਦਿੰਦਾ ਹੈ, ਤਾਂ ਹੀ ਉਸ ਦੀ ਪ੍ਰਾਪਤੀ ਹੁੰਦੀ ਹੈ। ਨਹੀਂ ਤਾਂ ਕਿਰਤ ਪਿਆ ਸਿਰ ਦੇ, ਜੋ ਕਿਰਤ ਪੁਰਾਣੀ ਕੀਤੀ ਹੋਈ ਹੈ ਇਨਸਾਨ ਨੇ ਆਪਣੇ ਉਸ ਸਮੇਂ ਤੋਂ ਪਹਿਲਾਂ ਦੇ ਸਮੇਂ, ਇਹ ਪਹਿਲਾਂ ਦਾ ਸਮਾਂ ਇਸ ਜੀਵਨ ਦਾ ਪਹਿਲਾ ਸਮਾਂ ਵੀ ਹੋ ਸਕਦਾ ਹੈ ਤੇ ਉਸ ਤੋਂ ਪਹਿਲੇ ਦੇ ਪੁਰਾਣੇ ਜਨਮਾਂ ਦੇ ਸੰਸਕਾਰ ਵੀ ਨਾਲ ਜਿਹੜੇ ਚੱਲਦੇ ਆ ਰਹੇ ਹਨ ਉਹ ਵੀ ਹੋ ਸਕਦੇ ਹਨ। ਉਹ ਸੰਸਕਾਰ ਉਹਦੇ ਉੱਤੇ ਅੰਦਰ ਉਹਦੇ ਉਕਰੇ ਹੁੰਦੇ ਹਨ, ਜਿਨ੍ਹਾਂ ਦੇ ਅਸਰ ਦੇ ਅਧੀਨ ਉਹ ਆਪਣਾ ਜੀਵਨ ਬਤੀਤ ਕਰੀ ਜਾ ਰਿਹਾ ਹੁੰਦਾ ਹੈ। ਉਹਦਾ ਸਿਰ, ਉਹਦੀ ਸੋਚ, ਉਹਦਾ ਸਰੀਰ, ਉਹ ਸਾਰੇ ਉਹਨਾਂ ਕੰਮਾਂ ਵਿੱਚ ਹੀ ਰੁੱਝੇ ਰਹਿੰਦੇ ਹਨ ਜੋ ਪੁਰਾਣੇ ਸੰਸਕਾਰਾਂ ਦੇ ਅਧੀਨ ਉਹਦੀ ਸੋਚ ਬਣੀ ਹੁੰਦੀ ਹੈ, ਉਹਦਾ ਜੀਵਨ ਦੀ ਚਾਲ ਬਣੀ ਹੁੰਦੀ ਹੈ। ਉਹਦੇ ਵਿੱਚ ਬਦਲਾਵ ਤਾਂ ਹੀ ਆਉਂਦਾ ਹੈ ਜਦੋਂ ਪਰਮਾਤਮਾ ਦੀ ਬਖਸ਼ਿਸ਼ ਸਦਕਾ ਉਸਨੂੰ ਇਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਤਾਂ ਇਸ ਲਈ ਮਨ ਦੇ ਅੰਦਰ ਪਹਿਲਾਂ ਪਿਆਰ ਦੀ ਭਾਵਨਾ ਹੋਵੇ, ਇੰਨੀ ਡੂੰਘੀ ਖਿੱਚ ਹੋਵੇ ਪ੍ਰਭੂ ਦੇ ਪਿਆਰ ਵਾਸਤੇ, ਜਿਵੇਂ ਮਿਸਾਲ ਦੇ ਤੌਰ ਤੇ ਗੁਰੂ ਸਾਹਿਬ ਨੇ ਕਿਹਾ ਹੈ ਕਿ ਪਪੀਹੇ ਦੀ ਮੀਂਹ ਦੇ ਨਾਲ, ਸਵੰਤੀ ਬੂੰਦ ਦੇ ਨਾਲ ਤੜਪ ਹੁੰਦੀ ਹੈ। ਐਸੀ ਮਨ ਵਿੱਚ ਤੜਪ ਹੋਵੇ ਤਾਂ ਪ੍ਰਭੂ ਉੱਠ ਕੇ ਮਿਹਰ ਬਖਸ਼ਿਸ਼ ਕਰਦਾ ਹੈ ਤੇ ਐਸੀ ਵਿਧ ਬਣਾ ਦਿੰਦਾ ਹੈ ਕਿ ਪੂਰੇ ਗੁਰੂ ਦੀ ਸ਼ਰਨ ਮਿਲ ਜਾਂਦੀ ਹੈ ਤੇ ਪ੍ਰਭੂ ਦੇ ਨਾਲ ਪਿਆਰ ਪੈਣ ਦਾ ਰਾਹ ਮਿਲ ਜਾਂਦਾ ਹੈ। ਤਾਂ ਇਹ ਕਰਮ ਮਿਲਾ ਤੋਂ ਭਾਵ ਹੈ ਪ੍ਰਭੂ ਦੀ ਬਖਸ਼ਿਸ਼, ਤੇ ਕਿਰਤ ਪਿਆ ਤੋਂ ਭਾਵ ਹੈ ਪੁਰਾਣੇ ਕੀਤੇ ਸੰਸਕਾਰਾਂ ਦਾ ਅਸਰ ਸਿਰ ਔਰ ਦੇ ਭਾਵ ਸਿਰ ਦੇ ਉੱਤੇ ਅਤੇ ਸਰੀਰ ਦੇ ਉੱਤੇ, ਯਾਨੀ ਕਿ ਸੋਚ ਵੀ ਤੇ ਸਰੀਰ ਦੇ ਕੀਤੇ ਜੋ ਰੂਟੀਨ ਕਰਮ ਕਰਦੀ ਹੈ ਦੇ, ਉਹ ਸਾਰੇ ਕਿਰਤ ਪਏ ਦੇ ਪੁਰਾਣੇ ਸੰਸਕਾਰਾਂ ਦੇ ਅਨੁਸਾਰ ਹੀ ਚੱਲਦੇ ਰਹਿੰਦੇ ਹਨ। ਉਹ ਤਾਂ ਹੀ ਬਦਲਦੇ ਹਨ ਜੇ ਪ੍ਰਭੂ ਦੀ ਬਖਸ਼ਿਸ਼ ਦੇ ਨਾਲ ਪ੍ਰਭੂ ਪਾਸੋਂ ਨਾਮ ਦੀ ਦਾਤ ਮਿਲੇ। ਆਸ ਹੈ ਕਿ ਜੋ ਸਵਾਲ ਕਰਤਾ ਦੇ ਜੋ ਵਿੱਚ ਸਵਾਲ ਹੈ ਉਸਦਾ ਜਵਾਬ ਮਿਲ ਗਿਆ ਹੋਏਗਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਐਮਪੀ ਸਿੰਘ ਵੀਰ ਜੀ, ਤੁਸੀਂ ਬੜੇ ਸਰਲ ਢੰਗ ਦੇ ਨਾਲ ਔਰ ਬੜੀ ਡੂੰਘਾਈ ਦੇ ਨਾਲ ਇਹ ਗੱਲ ਸਮਝਾਈ ਹੈ ਕਿ ਜਿਵੇਂ ਬਬੀਆ ਹੈ ਉਸ ਦੇ ਮਨ ਵਿੱਚ ਜਦੋਂ ਪਿਆਸ ਪੈਦਾ ਹੁੰਦੀ ਹੈ ਤਾਂ ਉਹ ਉਸ ਪਰਮਾਤਮਾ ਅੱਗੇ ਅਰਦਾਸ ਕਰਦਾ ਹੈ, ਔਰ ਜਦੋਂ ਉਸ ਦੀ ਅਰਦਾਸ ਸੁਣੀ ਜਾਂਦੀ ਹੈ ਤੇ ਫਿਰ ਉਹ ਪਰਮਾਤਮਾ ਮੇਘ ਨੂੰ ਹੁਕਮ ਕਰਦਾ ਹੈ, ਬੱਦਲਾਂ ਨੂੰ ਹੁਕਮ ਕਰਦਾ ਹੈ ਤੇ ਉਹ ਵਰਸਦੇ ਹਨ, ਔਰ ਉਸ ਦੀ ਜੋ ਸਵਾਂਤੀ ਬੂੰਦ ਹੈ ਉਸ ਚਾਤਰਕ ਦੇ ਉਸ ਬਬੀਏ ਦੇ ਮੂੰਹ ਵਿੱਚ ਪੈ ਜਾਂਦੀ ਹੈ ਤੇ ਉਸ ਦੀ ਤ੍ਰਿਪਤੀ ਹੋ ਜਾਂਦੀ ਹੈ। ਜਿਵੇਂ ਉਸ ਬਬੀਏ ਔਰ ਚਾਤਰਕ ਦੇ ਆਪਣੇ ਵਸ ਵਿੱਚ ਨਹੀਂ ਹੈ ਕਿ ਭਾਵੇਂ ਸਾਰੇ ਪਾਸੇ ਬੱਦਲ ਵਸਦਾ ਹੋਵੇ, ਭਾਵੇਂ ਸਾਰੇ ਜਲ ਤਲ ਭਰਿਆ ਹੋਵੇ, ਸਾਰੇ ਸਰੋਵਰ ਭਰੇ ਹੋਏ ਹੋਣ, ਸਾਰੇ ਪਾਸੇ ਹਰਿਆਵਲੀ ਹੋਵੇ, ਲੇਕਿਨ ਅਗਰ ਸਮਾਂਤੀ ਬੂੰਦ ਉਸ ਦੇ ਮੂੰਹ ਵਿੱਚ ਨਹੀਂ ਪੈਂਦੀ, ਜੋ ਮਹਾਰਾਜ ਦੀ ਕਿਰਪਾ ਦੇ ਨਾਲ, ਅਕਾਲ ਪੁਰਖ ਦੀ ਕਿਰਪਾ ਨਾਲ ਉੱਥੋਂ ਪੈਣੀ ਹੈ, ਉਸ ਤੋਂ ਬਿਨਾਂ ਉਹਦੀ ਤ੍ਰਿਪਤੀ ਨਹੀਂ ਹੋ ਸਕਦੀ। ਤੋ ਇਹੀ ਗੱਲ ਹੈ ਕਿ ਜੋ ਇਸ ਪੰਕਤੀ ਦੇ ਵਿੱਚ ਸੀਗੀ, ਕਰਮ ਮਿਲਾ ਹੈ ਕਿ ਉਹਦੀ ਬਖਸ਼ਿਸ਼ ਨਾਲ ਹੀ ਜੋ ਸਾਡੀ ਮਨ ਦੀ ਤ੍ਰਿਪਤੀ ਹੈ ਉਹ ਹੋ ਸਕਦੀ ਹੈ, ਨਹੀਂ ਤੇ ਅਸੀਂ ਜਿਹੜੀ ਆਪਣੇ ਕੀਤੇ ਕਰਮਾਂ ਦੇ ਭਾਰ ਹੇਠਾਂ ਜਿਹੜੇ ਹਾਂ ਉਹ ਪਿਆਸੇ ਹੀ ਰਹਾਂਗੇ, ਸਾਡੀ ਪਿਆਸ ਦੂਰ ਨਹੀਂ ਹੋਏਗੀ। तो एक बार फिर ਵੀਰ ਐਮਪੀ ਸਿੰਘ ਜੀ ਦਾ ਆਪ ਦਾ बहुत बहुत ਧੰਨਵਾਦ। ਆਪ ਜੀ ਨੇ ਬੜੇ ਵਿਚਾਰ ਡੂੰਘੇ ਸਮਝਾ ਕੇ ਸਾਨੂੰ ਨਿਹਾਲ ਕੀਤਾ ਹੈ। ਬਾਸ ਹੈ ਜਿਹਨਾਂ ਸਵਾਲ ਕੀਤਾ ਹੈ ਉਹਨੂੰ ਮੇਰਾ ਜਵਾਬ ਮਿਲ ਗਿਆ ਹੋਵੇਗਾ। तो ਅੱਜ ਦੇ ਇਹ ਜੋ ਸਵਾਲ ਆਪ ਜੀ ਦੇ ਸਾਹਮਣੇ ਰੱਖੇ ਹਨ ਉਹ ਸਵਾਲਾਂ ਦੇ ਜਵਾਬ ਦੇਣ ਵਾਲੇ ਸਾਰੇ ਪੈਨਲ ਮੈਂਬਰ, ਉਹਨਾਂ ਸਾਰਿਆਂ ਦਾ ਧੰਨਵਾਦ ਹੈ ਕਿ ਬੜੀ ਮਿਹਨਤ ਨਾਲ ਉਹਨਾਂ ਨੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਹਨ। ਲੇਕਿਨ ਫਿਰ ਵੀ ਪੋਸੀਬਲ ਹੋ ਸਕਦਾ ਹੈ ਕਿ ਇਹਦੇ ਵਿੱਚ ਕੁਝ ਕਮੀਆਂ ਰਹਿ ਗਈਆਂ ਹੋਣ, ਔਰ ਸਾਡੇ ਕਲਾਸ ਦੇ ਵਿੱਚ ਕਾਫੀ ਵਿਦਵਾਨ ਸਿੰਘ ਹਨ, ਜਿਹੜੇ ਭੈਣਾਂ ਹਨ ਜੋ ਇਸ ਕਲਾਸ ਨੂੰ ਅਟੈਂਡ ਕਰ ਰਹੇ ਹਨ। तो अगर उन्होंने कोई इस बारे विचार हों या कमेंट्स हों तो वो चैट भी लिख सकते हैं या अपना हाथ खड़ा करके वो पूछ सकते हैं। तो अज के सवाल जवाब का जो सैशन है मैं इत्थे समाप्त करता हाँ, और अगला प्रोग्राम वीर हरजीत सिंह जी को बेनती करता कि वो अगली गल करन संगतां दे नाल। वीर हरजीत सिंह। वाहिगुरू जी का खालसा वाहिगुरू जी की